जलन बुझी शीतल होए मनुआ, सतगुर का दर्शन पाए जियो। बाणी गुरु गुरु है बाणी, विच बाणी अमृत सारे। गुर बाणी कहे सेवक जन माने, पर तख गुरु निस्तारे। बाणी बिरलो विचार सी, जे को गुरमुख होए। एह बाणी महापुरख की, निज घर वासा होए। श्री राग महला पंजवा। जिना सतगुर स्यों चित लाया, से पूरे परधान। जिनको आप दयाल होए, तिन उपजै मन ज्ञान। जिनको मस्तक लिखया, तिन पाया हर नाम। मन मेरे एको नाम त्याए, सरब सुखां सुख उपजै। दरगह पैदा जाए रहाओ। जन्म मरण का भौ गया, पाओ भगत गोपाल। साधु संगत निर्मला, आप करे प्रतिपाल। जन्म मरण की मल कटिए, गुर दर्शन देख निहाल। थान थनंतर रव रहया, पार ब्रह्म प्रभ सोए। सबना दाता एक है,
तिस शरणाई छुटिया कीता लोड़े सो होए। जिन मन वसिया पार ब्रह्म से पूरे परधान। तिनकी शोभा निर्मली परगट पई जहान। जिनी मेरा प्रभु ध्याया नानक तिन कुर्बान। जिन मन वसिया पार ब्रह्म से पूरे परधान। तिनकी शोभा निर्मली परगट पई जहान। जिनी मेरा प्रभु ध्याया नानक तिन कुर्बान। वाहिगुरु जी का खालसा वाहिगुरु जी की फतेह। अज दे यह पावन शब्द श्री राग अंदर धन धन श्री गुरु अर्जन देव साहिब महाराज वल्लों बख्शिश होए हन। जो धन धन श्री गुरु ग्रंथ साहिब महाराज जी दे पावन अंग 45 ਅਤੇ 46 उत्ते ਸੁਭਾਏਮਾਨ ਹਨ। इस पावन शब्द की विचार आप जी नूं ਗਿਆਨੀ ਸਰਬਜੀਤ ਸਿੰਘ जी ਝੀਂਡਾ ਸਰਵਣ ਕਰਵਾਉਣਗੇ। ਉਹਨਾਂ ਦਾ ਇੱਕ ਦਿਨ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਸਮੂਹ ਸਾਧ ਸੰਗਤ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਆਓ ਤਿਨਾਂ ਪਾਸੋਂ ਪ੍ਰੇਮ ਸਹਿਤ ਗੁਰਬਾਣੀ ਵਿਚਾਰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ। ਭਵ ਨਿਦ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹ ਮਨ ਲਾਇਆ। गोविंद हम ऐसे अपराधी जिन प्रभ जियो पिंड था दिया तिसकी भाओ भगत नहीं साधी। रैन गवाई सोए कै दिवस गवाया खाए। हीरे जैसा जन्म है कौडी बदले जाए। फरीदा चार गवाया हांड कै चार गवाया सामा। लेखा रब मंगेसिया
ਤੂੰ ਆਹ ਕੇਰੇ ਕੰਮ। ਫਰੀਦਾ ਜਿੰਨੀ ਕਮੀ ਨਾਹੇ ਗੁਣ, ਤੇ ਕਮੜੇ ਵਿਸਾਰ। ਮਤ ਸ਼ਰਮਿੰਦਾ ਥੀ ਵਹੀਂ, ਸਾਈਂ ਦੈ ਦਰਬਾਰ। ਕੋਟ ਪਰਾਧ ਹਮਾਰੇ ਖੰਡੋ, ਅਨਿਕ ਵਿਧि ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮੇ ਆਪਨ ਬਿਰਦ ਰਖਾਵੋ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਹਾਜ਼ਰਾ ਹਜੂਰ ਜਾਹਰਾ ਜਹੂਰ, ਚਵਰ ਛਤਰ ਤਖਤ ਦੇ ਮਾਲਕ। ਵਾਲੀਏ ਕੁਲ ਆਲਮ, ਰਾਜਾਨ ਰਾਜ, ਪਾਨਾਨ ਪਾਨ। ਦੇਵਾਨ ਦੇਵ, ਉਪਮਾ ਮਹਾਨ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਸਾਧ ਸੰਗਤ, ਬਹੁਤ ਹੀ ਵਡਭਾਗੇ ਹੋ ਜੋ ਕਿ ਨਿਤਾ ਪ੍ਰਤੀ ਦੀ ਤਰ੍ਹਾਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਲਵਾ ਕੇ ਇਸ ਬੇਸ਼ੁਮਾਰ ਕੀਮਤੀ ਮਨੁੱਖਾ ਜਨਮ ਨੂੰ ਗੁਰੂ ਕੇ ਲੜ ਲਾ ਕੇ ਆਪ ਜੀ ਸਫਲ ਕਰਨ ਦਾ ਯਤਨ ਕਰ ਰਹੇ ਹੋ। ਬਾਲਾ ਪ੍ਰੀਤਮ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ 'ਤੇ ਹਾਜ਼ਰੀ ਭਰਨੀ। ਦਾਤਾ ਜੀ ਰਹਿਮਤ ਕਰਨ, ਆਪ ਰਹਿਮਤ ਕਰਕੇ ਮਿਹਰ ਕਰਕੇ ਮੇਰੇ ਮਾਲਕ ਆਪ ਵਿਚਾਰ ਕਰਵਾ ਲੈਣ। ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ। ਦਾਤਾ ਜੀ ਕਿਰਪਾ ਕਰਨ, ਗੁਰਮੁਖੋ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਜੁੜਨਾ ਕਰੀਏ। ਮਨ ਬਿਰਤੀਆਂ ਨੂੰ ਕਰੋ ਇਕਾਗਰ, ਝੁਕਾਵੋ ਸਾਹਿਬਾਂ ਨੂੰ ਸੀਸ, ਦੇਵੋ ਪਿਆਰ ਦਾ ਸਬੂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਕੇ ਸਤਿਕਾਰਯੋਗ ਗ੍ਰੰਥੀ ਸਿੰਘ ਵੀਰ ਜੀ ਜੋਗਿੰਦਰ ਸਿੰਘ ਪਾਰਸ, ਜਿਨ੍ਹਾਂ ਨੇ ਬੜੀ ਭਾਵਨਾ ਨਾਲ, ਬੜੇ ਪ੍ਰੇਮ ਦੇ ਨਾਲ ਅੱਜ ਦਾ ਇਹ ਪਾਵਨ ਸ਼ਬਦ ਪੜ੍ਹਿਆ ਹੈ। ਅੱਜ ਦਾ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼੍ਰੀ ਰਾਗ ਦੀ ਬਾਣੀ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 45 ਦੇ ਉੱਤੇ ਸ਼ੋਭਾਇਮਾਨ ਹੈ। ਸ਼ਬਦ ਦਾ ਕੇਂਦਰੀ ਭਾਵ ਕੇ ਰਹਾਉ ਦਾ ਬੰਦ। ਦਾਤਾਰ ਪਿਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ, ਮਨ ਮੇਰੇ ਏਕੋ ਨਾਮ ਧਿਆਏ, ਸਰਬ ਸੁਖਾਂ ਸੁਖ ਉਪਜੈ, ਦਰਗਹ ਪੈਦਾ ਜਾਏ ਰਹਾਉ। ਦਾਤਾਰ ਪਿਤਾ ਨੇ ਰੱਬੀ ਬਾਣੀ ਵਿੱਚ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਭਾਵ ਕਿ 1430 ਅੰਕਾਂ ਵਿੱਚ ਕੇਵਲ ਤੇ ਕੇਵਲ ਇੱਕ ਦੀ ਗੱਲ ਕੀਤੀ ਹੈ।
ਕਿ ਗੁਰੂ ਕੇ ਸਿੱਖ ਨੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨਾ ਹੈ। ਦਾਤਾ ਜੀ ਨੇ ਰਹਿਮਤ ਕੀਤੀ, ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ। ਆਪਾਂ ਭਗਤ ਸਾਹਿਬਾਨ ਦੀ ਬਾਣੀ ਪੜ੍ਹਨੇ ਆ, ਭੱਟਾਂ ਦੀ ਬਾਣੀ ਪੜ੍ਹਨੇ ਆ, ਗੁਰਸਿੱਖਾਂ ਦੀ ਬਾਣੀ ਪੜ੍ਹਨੇ ਆ, 6 ਗੁਰੂ ਸਾਹਿਬਾਨ ਦੀ ਬਾਣੀ ਪੜ੍ਹਨੇ ਆ। ਗੁਰਮੁਖੋ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਜੋੜਿਆ ਹੈ। ਤਾਂ ਹੀ ਤਾਂ ਦਾਤਾਰ ਪਿਤਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੀ ਬਾਣੀ ਇਕੱਠੀ ਕੀਤੀ, ਜਿਨ੍ਹਾਂ ਨੂੰ ਦੁਨੀਆ ਦੇ ਲੋਕ ਕਹਿੰਦੇ ਸਨ ਇਹ ਸ਼ੂਦਰ ਨੇ, ਇਹ ਨੀਵੀਂ ਜਾਤ ਵਾਲੇ ਨੇ। ਪਰ ਦਾਤਾ ਜੀ ਨੇ ਇਹ ਨਹੀਂ ਵੇਖਿਆ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ, ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾਹੇ। ਇਸ ਕਰਕੇ ਦਾਤਾਰ ਪਿਤਾ ਨੇ ਇਹ ਵੇਖਿਆ ਕਿ ਇਹ ਕੇਵਲ ਤੇ ਕੇਵਲ ਇੱਕ ਨਾਲ ਜੁੜੇ ਹੋਏ ਨੇ, ਇੱਕ ਅਕਾਲ ਪੁਰਖ ਪਰਮਾਤਮਾ ਦੀ ਗੱਲ ਕਰਦੇ, ਇੱਕ ਦੇ ਰੰਗ ਵਿੱਚ ਰੰਗੇ ਹੋਏ ਨੇ। ਇਸ ਕਰਕੇ ਦਾਤਾ ਜੀ ਨੇ ਉਹਨਾਂ ਦੀ ਬਾਣੀ ਇਕੱਠੀ ਕੀਤੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਕਰ ਦਿੱਤੀ। ਜਿੱਥੇ ਅੱਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਆਪਾਂ ਸੀਸ ਝੁਕਾਉਂਦੇ ਆ ਨਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਉੱਥੇ ਅਸੀਂ ਬਾਬਾ ਕਬੀਰ ਜੀ ਨੂੰ, ਬਾਬਾ ਰਵਿਦਾਸ ਜੀ ਨੂੰ, ਭਗਤ ਨਾਮਦੇਵ ਜੀ ਨੂੰ, ਇਹਨਾਂ ਭਗਤਾਂ ਨੂੰ ਵੀ ਅਸੀਂ ਸੀਸ ਝੁਕਾਉਂਦੇ ਹਾਂ। ਕਿਉਂ? ਉਹਦਾ ਕਾਰਨ ਇਹ ਹੈ ਕਿ ਉਹ ਇੱਕ ਦੇ ਨਾਲ ਜੁੜੇ ਹੋਏ ਸਨ। ਤੇ ਸੁਭਾਵਿਕ ਦੀ ਗੱਲ ਹੈ ਗੁਰਮੁਖੋ, ਜਿਹੜਾ ਇੱਕ ਦੇ ਨਾਲ ਜੁੜਿਆ ਹੈ ਫਿਰ ਉਹ ਬਹੁਤੀਆਂ ਦੀਆਂ ਗੱਲਾਂ ਨਹੀਂ ਕਰਦਾ, ਉਹ ਇੱਕ ਦੇ ਨਾਲ ਹੀ ਜੋੜਦਾ ਹੈ। ਇਸ ਕਰਕੇ ਦਾਤਾਰ ਪਿਤਾ ਰਹਿਮਤ ਕਰਦੇ ਨੇ ਪਾਵਨ ਰਹਾਉ ਦੇ ਬੰਦ ਵਿੱਚ, ਮਨ ਮੇਰੇ ਏਕੋ ਨਾਮ ਧਿਆਏ। ਰੱਬੀ ਬਾਣੀ ਵਿੱਚ ਦਾਤਾ ਜੀ ਨੇ ਮਨ ਨੂੰ ਬੜਾ ਸੰਬੋਧਨ ਕੀਤਾ ਹੈ। ਵੇਖੋ ਗੁਰਮੁਖੋ, ਮਨ ਵਿੱਚੋਂ ਉੱਠਿਆ ਹੋਇਆ ਫੁਰਨਾ ਤੁਹਾਨੂੰ ਮਜਬੂਰ ਕਰੇਗਾ ਕਿ ਅਸੀਂ ਧਰਮ ਦੇ ਕਾਰਜ ਕਰਨੇ ਨੇ, ਅਸੀਂ ਗੁਰੂ ਘਰ ਚੱਲ ਕੇ ਆਉਣਾ ਹੈ। ਮਨ ਵਿੱਚੋਂ ਸ਼ੁਭ ਫੁਰਨਾ ਉੱਠਦਾ ਹੈ ਤੇ ਗੁਰਮੁਖੋ ਤੁਸੀਂ ਗੁਰੂ ਘਰ ਵਿੱਚ ਆਉਂਦੇ ਹੋ, ਪਰ ਮਾਫ ਕਰਨਾ ਮਨ ਵਿੱਚ ਵਿਕਾਰਾਂ ਵਾਲਾ ਫੁਰਨਾ ਉੱਠੇ ਤੇ ਤੁਸੀਂ ਮੰਦੇ ਪਾਸੇ ਚਲੇ ਜਾਓਗੇ। ਇਸ ਕਰਕੇ ਗੁਰਮੁਖੋ ਖੇਡ ਸਾਰੀ ਮਨ ਦੀ ਹੈ। ਦਾਤਾ ਜੀ ਨੇ ਮਨ ਦੇ ਪਰਥਾਏ ਇੰਨੇ ਕੁ ਰੱਬੀ ਬਾਣੀ ਵਿੱਚ ਸ਼ਬਦ ਉਚਾਰਨ ਕੀਤੇ ਨੇ, ਮਨ ਪਿਆਰਿਆ। ਦਾਤਾ ਜੀ ਰਹਿਮਤ ਕਰਦੇ ਨੇ, ਇਹ ਮਨ ਮੇਰਿਆ। ਮਨ ਨੂੰ ਬੜੀਆਂ ਆਵਾਜ਼ਾਂ ਮਾਰੀਆਂ, ਇੱਥੋਂ ਤੱਕ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੋਰਠ ਰਾਗ ਵਿੱਚ ਲਗਾਤਾਰ ਕਈ ਸ਼ਬਦ ਤਰਤੀਬ ਦੇ ਰੂਪ ਵਿੱਚ ਮਨ ਦੇ ਪਰਥਾਏ ਨੇ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ। ਫਿਰ ਕਹਿੰਦੇ ਨੇ ਕਿ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਫਿਰ ਦਾਤਾ ਜੀ ਨੇ ਇਹ ਵੀ ਬਿਆਨ ਕੀਤਾ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਨਕਾ ਸੀ ਉਦਰੀ ਤਾਕੋ ਜਸ ਉਰਤਾਰੋ। ਕਿ ਮਨਾ ਉਸ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ। ਤੇ ਇੱਥੋਂ ਤੱਕ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਿਆਨ ਕੀਤਾ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਦਾਤਾਰ ਪਿਤਾ ਨੇ ਰੱਬੀ ਬਾਣੀ ਵਿੱਚ ਕਿਰਪਾ ਕੀਤੀ ਹੈ। ਮਨ ਨੂੰ ਬੜੀਆਂ ਆਵਾਜ਼ਾਂ ਮਾਰੀਆਂ। ਮਨ ਜੇਕਰ ਗੁਰਮੁਖੋ ਵਸ ਵਿੱਚ ਆ ਜਾਏ ਨਾ ਤੇ ਦਾਤਾ ਜੀ ਕਹਿੰਦੇ ਨੇ, ਮਨ ਜੀਤੈ ਜਗ ਜੀਤ। ਸਹੀ ਪੁੱਛੇ ਤੇ ਤੂੰ ਆਪਣੇ ਮਨ ਦੇ ਉੱਤੇ ਜਿੱਤ ਹਾਸਲ ਕਰ ਲਈ ਹੈ ਤੇ ਤੂੰ ਸਮਝ ਲੈ ਸਾਰੀ ਦੁਨੀਆ ਨੂੰ ਜਿੱਤ ਲਿਆ ਹੈ। ਦਾਤਾਰ ਪਿਤਾ ਰਹਿਮਤ ਕਰਦੇ ਨੇ, ਮਨ ਮੇਰੇ ਏਕੋ ਨਾਮ ਧਿਆਏ। ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਤੇ ਫਿਰ ਹੋਵੇਗਾ ਕੀ? ਦਾਤਾਰ ਪਿਤਾ ਰਹਿਮਤ ਕਰਦੇ ਨੇ, ਸਰਬ ਸੁਖਾ ਸੁਖ ਉਪਜੈ, ਦਰਗਹ ਪੈਦਾ ਜਾਏ। ਹੁਣ ਸਾਰਾ ਸੰਸਾਰ ਜਿਹੜਾ ਹੈ ਸੁੱਖ ਦੀ ਭਾਲ ਵਿੱਚ ਹੈ। ਸੁੱਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰੇ ਦੁਆਰ ਸਵਾਨ ਜਿਉ ਡੋਲਤ, ਨੈ ਸੁਧ ਰਾਮ ਭਜਨ ਕੀ। ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਹਰ ਇੱਕ ਪ੍ਰਾਣੀ ਆਪਣੀ ਜ਼ਿੰਦਗੀ ਵਿੱਚ ਸੁੱਖ ਦੇ ਯਤਨ ਕਰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਸੁੱਖ ਬਣਿਆ ਰਵੇ। ਰੱਬੀ ਬਾਣੀ ਦਾ ਪਾਵਨ ਇੱਕ ਬਚਨ ਹੈ। ਦਾਤਾ ਜੀ ਬਿਆਨ ਕਰਦੇ ਨੇ, ਸੰਸਾਰ ਦੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਸਾਡੇ ਕੋਲ ਬਹੁਤਾ ਧਨ ਆ ਜਾਏ ਤੇ ਅਸੀਂ ਹੋ ਸਕਦਾ ਸੁਖੀ ਹੋ ਜਾਈਏ। ਫਿਰ ਇੱਥੋਂ ਤੱਕ ਬਹੁਤਾ ਧਨ ਕਮਾਉਣ ਵਾਸਤੇ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਜਾਈਏ, ਹੋ ਸਕਦਾ ਅਸੀਂ ਸੁਖੀ ਹੋ ਜਾਈਏ। ਦੁਨੀਆ ਦੇ ਰੰਗ ਤਮਾਸ਼ੇ ਨਾਟਕ ਚੇਟਕ ਵੇਖੀਏ,
ਦੁਨੀਆ ਦੇ ਰੰਗ ਮਾਣੀਏ, ਹੋ ਸਕਦਾ ਹੈ ਅਸੀਂ ਸੁਖੀ ਹੋ ਜਾਈਏ। ਪਰ ਦਾਤਾ ਜੀ ਨੇ ਮੋਹਰ ਲਾ ਦਿੱਤੀ, ਕਹਿੰਦੇ ਨੇ ਭਲਿਆ ਬਹੁਤਾ ਧਨ ਕਮਾਉਣ ਵਾਲੇ ਵੀ ਕਈ ਵਾਰ ਝੁਰਦੇ ਵੇਖੇ ਨੇ। ਵੱਡੇ ਵੱਡੇ ਜੋ ਦਿਸ਼ਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ? ਉਹਨਾਂ ਵਾਸਤੇ ਵੱਡਾ ਕੌਣ ਹੈ? ਮਾਇਆ ਵਡਿਆਈ, ਮਾਇਆ ਦੀ ਵਡਿਆਈ। ਪਰ ਦਾਤਾ ਜੀ ਦੱਸੋ ਅਸਲ ਵਿੱਚ ਵੱਡਾ ਕੌਣ ਹੈ? ਤੇ ਮੇਰੇ ਮਾਲਕ ਨੇ ਮੋਹਰ ਲਾ ਦਿੱਤੀ, ਸੋ ਵੱਡਾ ਜਿਨ ਰਾਮ ਲਿਵ ਲਾਈ। ਅਸਲ ਵਿੱਚ ਵੱਡਾ ਉਹ ਹੈ ਜਿਹਨੇ ਰਮੇ ਹੋਏ ਰਾਮ ਦੇ ਨਾਮ ਦੇ ਨਾਲ ਲਿਵ ਲਾਈ ਹੈ। ਇਸ ਕਰਕੇ ਜ਼ਰੂਰੀ ਨਹੀਂ ਕਿ ਇੱਕ ਧਨਾੜ ਪੁਰਸ਼ ਜਿਹੜਾ ਹੈ ਬੜਾ ਸੁਖੀ ਹੋਵੇਗਾ। ਬਾਬਾ ਕਬੀਰ ਜੀ ਕਹਿੰਦੇ ਆ ਕਿ ਦਿਨ ਜੋ ਨਿਰਦਨ ਸਰਦਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜੋ ਸਰਦਨ ਨਿਰਦਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਤੇ ਕਹਿੰਦੇ ਨੇ ਅਸਲ ਵਿੱਚ ਬਾਬਾ ਕਬੀਰ ਜੀ ਤੁਸੀਂ ਦੱਸੋ ਤੁਹਾਡੀ ਨਜ਼ਰ ਵਿੱਚ ਵੱਡਾ ਕੌਣ ਹੈ? ਤੇ ਬਾਬਾ ਕਬੀਰ ਜੀ ਕਹਿੰਦੇ ਨੇ ਅਸਲ ਵਿੱਚ ਵੱਡਾ ਉਹ ਹੈ, ਅਸਲ ਵਿੱਚ ਧਨਵੰਤ ਉਹ ਹੈ ਜਿਨੇ ਹਿਰਦੇ ਦੇ ਵਿੱਚ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਵਸਾਇਆ ਹੋਇਆ ਹੈ। ਕਹੋ ਕਬੀਰ, ਬਾਬਾ ਕਬੀਰ ਜੀ ਕਹਿੰਦੇ ਨੇ ਉਹ ਨਿਰਧਨ ਹੈ ਜਿਨੇ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਵਿਸਾਰਿਆ ਹੋਇਆ ਹੈ। ਅਸਲ ਵਿੱਚ ਉਹ ਅੱਤ ਦਰਜੇ ਦਾ ਗਰੀਬੜਾ ਹੈ। ਦੁਨਿਆਵੀ ਤੌਰ ਦੇ ਉੱਤੇ ਉਹਦੇ ਕੋਲ ਬੇਸ਼ੁਮਾਰ ਕੀਮਤੀ ਧਨ ਹੈ, ਪਰ ਅਸਲ ਵਿੱਚ ਉਹ ਗੁਰੂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ। ਕਿਉਂ ਪ੍ਰਵਾਨ ਨਹੀਂ? ਕਿਉਂਕਿ ਉਹਦੇ ਹਿਰਦੇ ਵਿੱਚ ਨਿਰੰਕਾਰ ਪਰਮਾਤਮਾ ਦੀ ਯਾਦ ਵਿਸਰੀ ਹੋਈ ਹੈ। ਇਸ ਕਰਕੇ ਦਾਤਾ ਜੀ ਕਿਰਪਾ ਕਰਦੇ ਨੇ, ਸੁਖ ਨਾਹੀਂ ਬਹੁਤੇ ਧਨ ਖਾਟੈ, ਸੁਖ ਨਾਹੀਂ ਪੇਖੈ ਨਿਰਤ ਨਾਟੈ, ਸੁਖ ਨਾਹੀਂ ਬਹੁ ਦੇਸ਼ ਕਮਾਏ। ਤੇ ਦਾਤਾ ਜੀ ਸਾਡੇ ਮਨਾਂ ਵਿੱਚ ਤੇ ਇਹੀ ਵਹਿਮ ਹੈ ਨਾ, ਦੇਸ਼ਾਂ ਵਿਦੇਸ਼ਾਂ ਵਿੱਚ ਕਮਾਈ ਕਰਾਂਗੇ ਤੇ ਸੁੱਖ ਆਏਗਾ। ਸਾਡੇ ਮਨਾਂ ਵਿੱਚ ਤੇ ਇਹੀ ਵਹਿਮ ਭਰਮ ਹੈ ਕਿ ਦਾਤਾ ਬਹੁਤਾ ਧਨ ਕਮਾਵਾਂਗੇ ਤੇ ਸੁੱਖ ਆਏਗਾ। ਜੇ ਇਹਨਾਂ ਪਦਾਰਥਾਂ ਵਿੱਚ ਸੁੱਖ ਨਹੀਂ ਤੇ ਦਾਤਾ ਤੁਸੀਂ ਦੱਸਣਾ ਕਰੋ ਕਿ ਸੁੱਖ ਅਸਲ ਵਿੱਚ ਹੈ ਕਿੱਥੇ? ਤੇ ਮੇਰੇ ਮਾਲਕ ਨੇ ਮੋਹਰ ਲਾ ਦਿੱਤੀ, ਸਰਬ ਸੁਖਾ ਹਰ ਹਰ ਗੁਣ ਗਾਏ। ਦੁਨੀਆ ਦਾ ਸਭ ਤੋਂ ਵੱਡਾ ਸੁੱਖ ਹੈ ਵਾਹਿਗੁਰੂ ਦੇ ਗੁਣ ਗਾਣ ਵਿੱਚ, ਨਿਰੰਕਾਰ ਪਰਮਾਤਮਾ ਦੀ ਪ੍ਰੇਮਾ ਭਗਤੀ ਕਰਨ ਵਿੱਚ। ਅਬਿਨਾਸ਼ੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਜੇਕਰ ਸਦੀਵੀ ਕਾਲ ਵਾਸਤੇ ਖੁਸ਼ੀ ਚਾਹੁੰਦਾ ਹੈ ਨਾ ਤੇ ਸੱਚ ਜਾਣੀ ਉਸ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਸਿਮਰ, ਮਾਲਕ ਦੀ ਪ੍ਰੇਮਾ ਭਗਤੀ ਕਰ, ਮਾਲਕ ਦੇ ਗੁਣ ਗਾ। ਦਾਤਾਰ ਪਿਤਾ ਨੇ ਰਹਿਮਤ ਕੀਤੀ, ਸਰਬ ਸੁਖਾਂ ਸੁਖ ਉਪਜੈ। ਦੁਨੀਆ ਦਾ ਸਭ ਤੋਂ ਵੱਡਾ ਸੁੱਖ ਤੇਰੇ ਹਿਰਦੇ ਵਿੱਚ ਪੈਦਾ ਹੋ ਜਾਏਗਾ। ਤੇ ਹੋਵੇਗਾ ਕਿਵੇਂ? ਮਨ ਮੇਰੇ ਏਕੋ ਨਾਮ ਧਿਆਏ, ਇੱਕ ਦੇ ਨਾਲ ਜੁੜ। ਤੇ ਦਾਤਾ ਹੋਵੇਗਾ ਕੀ? ਤੇ ਮੇਰੇ ਮਾਲਕ ਨੇ ਰਹਿਮਤ ਕੀਤੀ ਹੈ ਕਿ ਦਿਨੇ ਦਰਗਹਿ ਪੈਦਾ ਜਾਏ। ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਤੈਨੂੰ ਮਾਣ ਸਤਿਕਾਰ ਮਿਲੇਗਾ। ਦੁਨੀਆ ਵਿੱਚ ਵਿਚਰਦਿਆਂ ਹੋਇਆਂ ਗੁਰਮੁਖੋ ਮਾਣ ਸਤਿਕਾਰ ਮਿਲੇ ਨਾ, ਲੋਕਨ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ। ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਹਮ ਤਨ ਦਿਓ ਹੈ ਡਾਰ। ਸੰਸਾਰ ਵਿੱਚ ਵਿਚਰਦਿਆਂ ਹੋਇਆਂ ਦੁਨੀਆ ਦਾ ਮਾਣ ਸਤਿਕਾਰ ਅਸੀਂ ਚਾਹੁੰਦੇ, ਇੱਕ ਛਿਣ ਵਾਸਤੇ ਮਾਣ ਸਤਿਕਾਰ ਹੈ, ਹੋ ਸਕਦਾ ਅਗਲੇ ਦਿਨ ਨਰਾਦਰੀ ਹੋ ਜਾਏ। ਇਸ ਕਰਕੇ ਦਾਤਾ ਰਹਿਮਤ ਕਰਦੇ ਨੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਿਹੜੇ ਸੱਚੇ ਮਾਰਗ ਦੇ ਉੱਤੇ ਤੁਰ ਪੈਂਦੇ ਨੇ ਨਾ, ਸਾਰਾ ਜਹਾਨ ਉਹਨਾਂ ਦੀ ਉਸਤਤ ਕਰਦਾ, ਕਿਉਂਕਿ ਉਹ ਇੱਕ ਦੇ ਨਾਮ ਦੇ ਨਾਲ ਜੁੜੇ ਹੋਏ ਨੇ। ਇਸ ਕਰਕੇ ਦਾਤਾਰ ਪਿਤਾ ਨੇ ਰਹਿਮਤ ਕੀਤੀ ਹੈ, ਮਨ ਮੇਰੇ ਏਕੋ ਨਾਮ ਧਿਆਏ, ਸਰਬ ਸੁਖਾਂ ਸੁਖ ਉਪਜੈ, ਦਰਗਹਿ ਪੈਦਾ ਜਾਏ। ਬਾਬਾ ਕਬੀਰ ਜੀ ਦਾ ਪਾਵਨ ਇਹ ਬਚਨ ਯਾਦ ਆਇਆ। ਬਾਬਾ ਕਬੀਰ ਜੀ ਕਹਿੰਦੇ ਨੇ, ਮੈਂ ਧਰਮ ਦੇ ਕਾਰਜ ਕਰਨੇ ਸ਼ੁਰੂ ਕਰ ਦਿੱਤੇ, ਮੈਂ ਨਾਮ ਜਪਣਾ ਸ਼ੁਰੂ ਕਰ ਦਿੱਤਾ। ਕਈ ਵਾਰ ਇਨਸਾਨ ਜਿਹੜਾ ਨਾ ਬਹੁਤੇ ਕੰਮ ਦੁਨੀਆ ਨੂੰ ਖੁਸ਼ ਕਰਨ ਵਾਸਤੇ ਕਰਦਾ ਹੈ। ਬਾਬਾ ਕਬੀਰ ਜੀ ਕਹਿੰਦੇ ਨੇ, ਜਦੋਂ ਮੈਂ ਧਰਮ ਦੇ ਖੇਤਰ ਵਿੱਚ ਪੈਰ ਰੱਖਿਆ ਨਾ, ਜਦੋਂ ਮੈਂ ਬੰਦਗੀ ਵਾਲੇ ਪਾਸੇ ਆਇਆ ਤੇ ਮੈਂ ਕੀ ਵੇਖਿਆ? ਸੰਸਾਰ ਦੇ ਲੋਕ ਜਿਹੜੇ ਨੇ ਮੇਰੇ ਤੇ ਉਂਗਲਾਂ ਚੁੱਕਦੇ ਨੇ, ਸੰਸਾਰ ਦੇ ਲੋਕ ਮੇਰੇ ਤੇ ਕਿੰਤੂ ਪਰੰਤੂ ਕਰਦੇ ਨੇ। ਕਹਿੰਦੇ ਨੇ, ਕਹੋ ਕਬੀਰ ਮਨ ਮਾਨਿਆ ਤੋ ਹਰ ਜਾਣਿਆ, ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਕਹਿੰਦੇ ਨੇ, ਮੈਂ ਦੁਨੀਆ ਦੀ ਪਰਵਾਹ ਕਰਨੀ ਛੱਡ ਦਿੱਤੀ ਹੈ, ਕਿਉਂਕਿ ਦੁਨੀਆ ਨੂੰ ਕੋਈ ਜਿੱਤ ਨਹੀਂ ਸਕਿਆ। ਇਨਸਾਨ ਧਰਮ ਦੇ ਕਾਰਜ ਵੀ ਕਰਦਾ ਹੈ ਨਾ, ਤੇ ਮਾਫ ਕਰਨਾ ਦੁਨੀਆ ਤਾਂ ਵੀ ਖੁਸ਼ ਨਹੀਂ ਹੁੰਦੀ। ਇਸ ਕਰਕੇ ਤੁਸੀਂ ਨਿਰੰਕਾਰ ਪਰਮਾਤਮਾ ਨੂੰ ਖੁਸ਼ ਕਰਨਾ ਹੈ। ਤੇ ਨਿਰੰਕਾਰ ਪਰਮਾਤਮਾ ਦੀ ਖੁਸ਼ੀ ਕਿਸ ਵਿੱਚ ਹੈ? ਜਿਸ ਦਿਨ ਤੁਸੀਂ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਗਏ। ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ, ਸੇ ਪੂਰੇ ਪ੍ਰਧਾਨ।
जिन को आप दयाल होए तिन उपजै मन ज्ञान। जिन्हां ने निरंकार परमात्मा वैगुरु दे नाम दे नाल चित्त लाया गुरमुखो। इत्थे दातार पिता ने चित्त की गल कीती है। आपां कई बार तन करके आए हुन्ने आ, पर माफ़ करना साडा चित्त जिहड़ा है दुनिया के धंधियां विच काम कार दे विच हुण चला जांदा है। इस करके दातार पिता ने चित्त की बड़ी महानता दसी है कि जिहड़ा काम चित्त ला के करिए ना, उस काम विच सफलता जरूर हासिल होंदी है। धन गुरु गोबिंद सिंह महाराज के दरबार विच कुछ सिख जिहड़े ने पैरा देंदे ने, ते कुछ सिख जिहड़े नाटक चेटक वेखण चले गए, दुनिया के रंग तमाशे वेखण चले गए। जिहड़े दरबार विच मौजूद रह गए, पहरे ते मौजूद रह गए, उन्हां दा ध्यान जिहड़ा है उस पासे है, ते जिहड़े उस पासे गए ने उन्हां दा ध्यान गुरु दे चरनां विच है। अगले दिन दरबार सजिया, दाता जी ने जिहड़े नाटक चेटक वेखण गए सन उन्हां नूं सरोपे पाए, उन्हां दा मान सत्कार कीता। जिहड़े इत्थे रह गए उन्हां ने सवाल खड़ा कर दिता, दाता असीं असल विच इत्थे रहे हां, तुहाडे दरबार विच रहे हां, ते दाता तुसीं मान सत्कार उन्हां दा कर दिता, वो तो इत्थे मौजूद भी नहीं सन तन करके। ते मेरे मालिक ने इक्को गल कही कि हाजर गैर हाजर, गैर हाजर हाजर। असल विच जिहड़े हाजर ने वो तन करके ते बैठे हुए ने, पर उन्हां दी मन की हाजरी नहीं लगी, ते जिहड़े तन करके हाजर नहीं उन्हां दा मन मेरे चरनां दे नाल जुड़िया होया है। बाबा नामदेव जी का एक पावन शब्द आउंदा है। बाबा नामदेव जी कहते ने आनी ले कागद काटी ले गुड्डी आकाश मध्य भरमी अले। पंच जना सो बात बतौआ चीत सो डोरी राखी अले। मन राम नामा बेदी अले जैसे कनिक कला चित मांडी अले। अगला दृष्टांत देंदे ने आनी ले कुंभ भराई ले उदक राज कुआर पुरंदरिए। हस्त विनोद विचार करती है चीत सो गागर राखी अले। मंदिर एक द्वार 10 जाके गऊ चरावन छाड़िए रे। 5 कोस पर गऊत चरावत चीत सो बछरा राखिए। कहत नामदेव सुनो तलोचन बालक पालन पौड़ी अले। अंतर बाहर काज बरूदी चीत सो बारिक राखी अले। उन्होंने 4 दृष्टांत दिते ने। पहला दृष्टांत दिता है बच्चे जड़े ने पतंग चढ़ाउंदे ने, ते जिस वेले बच्चे आसमान दे विच पतंग चढ़ाउंदे ने ना, पतंग चढ़ाउंदियां चढ़ाउंदियां बच्चे 4-5 हुण एक दे हत्थ विच डोर है ते उहदे 4-5 साथी उहदे कोल खड़े ने। उन्हां दे नाल ओह गल्लां बातां भी करदा है, पर असल विच उहदा ध्यान किधर है, उहदा चित्त किधर है कि कोई मेरी पतंग नूं कट ना देवे। असल विच मैं होरां दी पतंग नूं कटना है ते अपनी पतंग नूं बचाउणा है। दूजा दृष्टांत देंदे ने बाबा नामदेव जी, कहते ने कि असल विच मातावां भैणां बच्चियां जवान धीआं जिहड़ियां ने पुरातन समय विच पानी की कमी होने करके शहर तो बाहर नगर तो बाहर खूह तो पानी लैके आया करदियां सी। एक घड़े दे उत्ते दूजा घड़ा रखना, दूजे घड़े दे उत्ते तीजा घड़ा रखना, आपस विच हसदियां मजाक करदियां एक दूजे नाल गल्लां बातां भी करदियां ने। पर बाबा नामदेव जी कहते ने उन्हां बच्चियां दा जिहड़ा चित्त है, ध्यान है ना, वो केवल ते केवल अपने घड़े वास्ते है। बाहरी तौर के उत्ते वो गल्लां बातां करदियां ने, पर उन्हां दा चित्त ध्यान जिहड़ा है वो अपने घड़े वाले पासे। इसे तरह कहते ने गां जिहड़ी है ना, गां दा मालक मੱਝਾਂ ਦਾ मालक दूर दुराडे उन्हां नूं चरा के लैके आउंदा है। 5 कोह की दूरी बाबा नामदेव जी ने शब्द वरती है। 5 कोह की दूरी के उत्ते जाके पर आखिरकार चीत सो बछरा राखी अले। गां का जिहड़ा चित्त है ना, भावें कि वह तन करके अपने बच्चे तो 5 कोह की दूरी ते है, पर बाबा नामदेव जी कहते ने उस गां का चित्त जिहड़ा है अपने बच्चे वाला है, अपने बछड़े वाला है। तीजी उदाहरण घरां दे विच मातावां भैणां हर समय अपने छोटे बच्चे कोल नहीं बहिंदियां, हर समय उन्होंने लाड़ नहीं लड़ाउंदियां, क्योंकि उन्होंने घर के काम कार भी करने होंदे ने। ते जिस वेले माता भैणां घर के काम कार करदियां ने ना,
ਹੁਣ ਅਸਲ ਵਿੱਚ ਘਰ ਦੇ ਕੰਮਕਾਰ ਵੀ ਕਰਦੀਆਂ ਨੇ, ਤੇ ਬਾਬਾ ਨਾਮਦੇਵ ਜੀ ਕਹਿੰਦੇ ਨੇ ਕੰਮਕਾਰ ਕਰਦਿਆਂ ਕਰਦਿਆਂ ਉਹਨਾਂ ਦਾ ਜਿਹੜਾ ਚਿੱਤ ਹੈ ਨਾ ਉਹ ਆਪਣੇ ਬੱਚੇ ਵਾਲੇ ਪਾਸੇ ਹੈ ਕਿ ਕਿਸ ਵੇਲੇ ਬੱਚਾ ਭੁੱਖਾ ਹੈ, ਕਿਸ ਵੇਲੇ ਬੱਚੇ ਨੂੰ ਦੁੱਧ ਦੇਣਾ ਹੈ। ਬੱਚਾ ਰੋਂਦਾ ਤੇ ਨਹੀਂ, ਕਿਉਂਕਿ ਇੱਕ ਮਾਂ ਦਾ ਧਿਆਨ ਜਿਹੜਾ ਹੈ ਇਹ ਕੇਵਲ ਤੇ ਕੇਵਲ ਆਪਣੇ ਬੱਚੇ ਵਾਲੇ ਪਾਸੇ ਹੈ, ਬਾਹਰੀ ਤੌਰ ਦੇ ਉੱਤੇ ਕੰਮਕਾਰ ਵੀ ਕਰਦੀ ਹੈ। ਤੇ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਦਾਤਾ ਜੀ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ। ਗੁਰਮੁਖੋ ਗੱਲ ਹੈ ਚਿੱਤ ਲਾਣ ਦੀ। ਰੱਬੀ ਬਾਣੀ ਦੇ ਵਿੱਚ ਨਾ ਮੇਰੇ ਮਾਲਕ ਨੇ ਕਿਰਪਾ ਕੀਤੀ, ਊੜੇ ਉਡਾਵੈ ਸਹਿ ਕੋਸਾਂ ਤਿਸ ਬਾਛੈ ਬਚਰੇ ਛਰਿਆ, ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ। ਦਾਤਾ ਜੀ ਨੇ ਕੂੰਜਾਂ ਦੀ ਉਦਾਹਰਣ ਦਿੱਤੀ ਹੈ ਗੁਰਮੁਖੋ। ਆਕਾਸ਼ ਵਿੱਚ ਬਹੁਤ ਉੱਚੀ ਉਡਾਰੀ ਮਾਰਦੀਆਂ ਨੇ, ਪਰ ਉਹਨਾਂ ਦਾ ਚਿੱਤ, ਉਹਨਾਂ ਦਾ ਸਿਮਰਨ, ਉਹਨਾਂ ਦੀ ਯਾਦ ਜਿਹੜੀ ਹੈ ਆਪਣੇ ਬੱਚਿਆਂ ਵਾਲੇ ਪਾਸੇ ਹੈ। ਇਸ ਕਰਕੇ ਦਾਤਾਰ ਪਿਤਾ ਰਹਿਮਤ ਕਰਦੇ ਕਹਿੰਦੇ ਨੇ ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ ਸੇ ਪੂਰੇ ਪ੍ਰਧਾਨ। ਅਸਲ ਵਿੱਚ ਉਹ ਪ੍ਰਧਾਨ ਨੇ, ਉਹ ਆਗੂ ਨੇ, ਉਹ ਸ਼੍ਰੇਸ਼ਟ ਮਨੁੱਖ ਨੇ, ਉਹ ਉੱਤਮ ਪੁਰਖ ਨੇ, ਉਹ ਸਾਧ ਨੇ, ਉਹ ਸੰਤ ਨੇ, ਅਸਲ ਵਿੱਚ ਉਹ ਗੁਰਮੁਖ ਨੇ। ਰੱਬੀ ਬਾਣੀ ਵਿੱਚ ਸ਼ਲੋਕ ਸਹਿਸਕ੍ਰਿਤੀ ਵਿੱਚ ਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੇ ਸ਼੍ਰੇਸ਼ਟ ਮਨੁੱਖ ਨੇ, ਜਿਹੜੇ ਪ੍ਰਧਾਨ ਨੇ, ਜਿਹੜੇ ਆਗੂ ਨੇ, ਉਹਨਾਂ ਬਾਰੇ ਬਿਆਨ ਕੀਤਾ ਹੈ ਕਿ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਨੇ। ਕਿਉਂਕਿ ਬਾਹਰੀ ਤੌਰ ਦੇ ਉੱਤੇ ਕੋਈ ਅਹੁਦਾ ਮਿਲ ਗਿਆ ਤੇ ਉਹ ਦੁਨਿਆਵੀ ਤੌਰ ਤੇ ਪ੍ਰਧਾਨ ਕਹਾਏਗਾ, ਪਰ ਦਾਤੇ ਦੀ ਨਜ਼ਰ ਵਿੱਚ ਕਿਹੜਾ ਪ੍ਰਧਾਨ ਹੈ ਗੁਰਮੁਖੋ ਅੱਜ ਅਸੀਂ ਧਿਆਨ ਦੇ ਨਾਲ ਸ਼ਰਵਣ ਕਰੀਏ। ਦਾਤਾ ਰਹਿਮਤ ਕਰਦੇ ਨੇ, ਕਹਿੰਦੇ ਨੇ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ। ਪਹਿਲਾ ਗੁਣ ਜਿਹੜਾ ਹੈ ਉਹ ਨਿਰੰਕਾਰ ਪਰਮਾਤਮਾ ਦਾ ਨਾਮ ਜਪਦਾ ਹੋਵੇ, ਮੁਖ ਦੇ ਨਾਲ ਰਸਨਾ ਦੇ ਨਾਲ ਨਾਮ ਜਪਦਾ ਹੋਵੇ। ਤੇ ਫਿਰ ਦਾਤਾ ਜੀ ਨੇ ਨਾਲ ਇਹ ਵੀ ਬਿਆਨ ਕੀਤਾ ਧਿਆਨੰ ਸਰਬੱਤਰ ਪੂਰਨ ਹੈ, ਤੇ ਉਹਦਾ ਧਿਆਨ ਜਿਹੜਾ ਹੈ ਵੇਖੋ ਜ਼ਬਾਨ ਨਾਲ ਜਪਣਾ ਚੰਗੀ ਗੱਲ ਹੈ, ਪਰ ਦਾਤਾ ਨੇ ਇਹ ਵੀ ਇਕੱਲਾ ਪ੍ਰਵਾਨ ਨਹੀਂ ਕੀਤਾ, ਮੁਖੋਂ ਹਰ ਹਰ ਸਭ ਕੋ ਕਰੈ ਕਿਨੇ ਵਿਰਲੇ ਹਿਰਦੈ ਵਸਾਇਆ। ਮੁਖ ਤੋਂ ਤੇ ਬੋਲੀ ਜਾਏ, ਪਰ ਬਾਹਰੀ ਤੌਰ ਦੇ ਉੱਤੇ ਆਪਣੇ ਸੱਕੇ ਭਰਾ ਦਾ ਹੀ ਹੱਕ ਖਾ ਲਿਆ। ਬਾਹਰੀ ਤੌਰ ਦੇ ਉੱਤੇ ਦੁਨੀਆ ਵਿੱਚ ਵਿਚਰਦਿਆਂ ਹੋਇਆਂ ਕਪਟ ਕਰੇ ਤੇ ਇੱਕ ਪਾਸੇ ਆ ਕੇ ਮਾਲਾ ਫੜ ਕੇ ਨਾਮ ਜਪਣ ਲੱਗ ਪਏ। ਦਾਤਾ ਨੇ ਉਸ ਇਨਸਾਨ ਨੂੰ ਪ੍ਰਵਾਨ ਨਹੀਂ ਕੀਤਾ। ਦਾਤਾ ਕਿਰਪਾ ਕਰਦੇ ਨੇ, ਕਹਿੰਦੇ ਨੇ ਮੁਖ ਤੋਂ ਜਪਦਾ ਵੀ ਹੋਵੇ ਤੇ ਹਿਰਦੇ ਵਿੱਚ ਵਸਾਉਂਦਾ ਵੀ ਹੋਵੇ। ਮੰਤਰ ਰਾਮ ਰਾਮ ਨਾਮੰ ਧਿਆਨੰ ਸਰਬੱਤਰ ਪੂਰਨ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ। ਕਹਿੰਦੇ ਨੇ ਫਿਰ ਦੂਜਾ ਗੁਣ ਦੇ ਵਿੱਚ ਇਹ ਹੋਵੇ ਕਿ ਅਸਲ ਵਿੱਚ ਦੁੱਖ ਤੇ ਸੁੱਖ ਦੀ ਅਵਸਥਾ ਵਿੱਚ ਇੱਕ ਸਮਾਨ ਰਹਿੰਦਾ ਹੋਵੇ। ਨਿਰੰਕਾਰ ਪਰਮਾਤਮਾ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹੋਵੇ, ਮਾਲਕ ਨੂੰ ਕਦੇ ਉਲਾਮੇ ਨਾ ਦਿੰਦਾ ਹੋਵੇ, ਤੇ ਫਿਰ ਕਹਿੰਦੇ ਨੇ ਉਹਦੇ ਜੀਵਨ ਦੀ ਜਿਹੜੀ ਜੁਗਤੀ ਹੈ ਉਹ ਬੜੀ ਨਿਰਮਲ ਹੋਵੇ, ਬੜੀ ਪਾਕ ਹੋਵੇ, ਬੜੀ ਪਵਿੱਤਰ ਹੋਵੇ, ਬੜੀ ਸ਼ੁੱਧ ਹੋਵੇ। ਜੁਗਤ ਨਿਰਮਲ ਨਿਰਵੈਰਣ ਹੈ, ਤੇ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਵੈਰ ਨਾ ਹੋਵੇ। ਆਤਮਕ ਅਵਸਥਾ ਇੰਨੀ ਉੱਚੀ ਹੋ ਜਾਏ, ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਨ ਆਈ। ਇਸ ਸਿਧਾਂਤ ਨੂੰ ਉਹ ਅਪਣਾਉਂਦਾ ਹੋਵੇ। ਫਿਰ ਤੀਜਾ ਗੁਣ ਦਾਤਾ ਜੀ ਨੇ ਕਿਰਪਾ ਕੀਤੀ ਹੈ ਦਿਆਲੰ ਸਰਬੱਤਰ ਜੀਆਂ ਪੰਚ ਦੋਖ ਵਿਵਰਜਤੇ। ਫਿਰ ਸਾਰੇ ਜੀਆਂ ਦੇ ਉੱਤੇ ਉਹਦੇ ਕੋਲ ਦਇਆ ਕਰਨ ਦੀ ਭਾਵਨਾ ਵੀ ਹੋਵੇ, ਕਿਉਂਕਿ ਗੁਰਮੁਖੋ ਜੇ ਧਰਮ ਕਮਾਉਣਾ ਹੈ ਤੇ ਦਇਆ ਦਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਧੌਲ ਧਰਮ ਦਇਆ ਕਾ ਪੂਤ। ਅਸਲ ਵਿੱਚ ਧਰਮ ਦਇਆ ਤੋਂ ਪੈਦਾ ਹੁੰਦਾ ਹੈ। ਜਿਸ ਹਿਰਦੇ ਵਿੱਚ ਦਇਆ ਨਹੀਂ ਤੇ ਗੁਰਮੁਖੋ ਉਹ ਕਦੇ ਧਰਮ ਨਹੀਂ ਜੇ ਕਮਾ ਸਕਦਾ। ਇਸ ਕਰਕੇ ਦਾਤਾ ਨੇ ਰਹਿਮਤ ਕੀਤੀ ਹੈ, ਕਹਿੰਦੇ ਨੇ ਸ਼੍ਰੇਸ਼ਟ ਮਨੁੱਖ, ਆਗੂ ਮਨੁੱਖ, ਉੱਤਮ ਪੁਰਖ, ਉਹਦੇ ਵਿੱਚ ਇਹ ਬਹੁਤ ਵੱਡਾ ਗੁਣ ਹੋਣਾ ਚਾਹੀਦਾ ਹੈ ਕਿ ਉਹਦੇ ਵਿੱਚ ਦਇਆ ਜ਼ਰੂਰ ਹੋਣੀ ਚਾਹੀਦੀ ਹੈ। ਸਾਰੇ ਜੀਆਂ ਤੇ ਦਇਆ ਕਰਦਾ ਹੋਵੇ। ਤੇ ਫਿਰ ਦਾਤਾ ਰਹਿਮਤ ਕਰਦੇ ਨੇ ਪੰਚ ਦੋਖ ਵਿਵਰਜਿਤ ਹੈ, ਤੇ ਫਿਰ ਕਹਿੰਦੇ ਨੇ ਪੰਜਾਂ ਦੋਖਾਂ ਤੋਂ ਵਿਸ਼ੇ ਵਿਕਾਰਾਂ ਤੋਂ ਛੁਟਕਾਰਾ ਪਾਇਆ ਹੋਵੇ ਉਹਨੇ। ਕਿਉਂਕਿ ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ। ਗੁਰੂ ਨੇ ਬਖਸ਼ਿਸ਼ ਕਰਕੇ ਵਿਸ਼ੇ ਵਿਕਾਰਾਂ ਤੋਂ ਉਹਨੂੰ ਛੁਟਕਾਰਾ ਪਾ ਦਿੱਤਾ। ਦਾਤੇ ਨੇ ਰਹਿਮਤ ਕਰ ਦਿੱਤੀ ਹੈ, ਉਹਦੇ ਉੱਤੇ ਹੁਣ ਵਿਕਾਰਾਂ ਦਾ ਕੋਈ ਪ੍ਰਭਾਵ ਨਹੀਂ। ਫਿਰ ਮੇਰੇ ਮਾਲਕ ਨੇ ਉਹਦਾ ਚੌਥਾ ਗੁਣ ਦੱਸਿਆ, ਕਹਿੰਦੇ ਨੇ ਅਸਲ ਵਿੱਚ ਭੋਜਨੰ ਗੋਪਾਲ ਕੀਰਤਨੈ ਅਲਪ ਮਾਇਆ ਜਲ ਕਮਲ ਰਹਿਤਾ। ਦੁਨਿਆਵੀ ਤੌਰ ਦੇ ਉੱਤੇ ਇਨਸਾਨ ਭੁੱਖਾ ਹੋਵੇ ਨਾ ਗੁਰਮੁਖੋ, 4 ਘੰਟੇ ਬਾਅਦ 6 ਘੰਟੇ ਬਾਅਦ ਭੁੱਖ ਲੱਗਦੀ, 8 ਘੰਟੇ ਵੀ ਕਈ ਕੱਢ ਲੈਂਦੇ ਨੇ। ਤਨ ਦੀ ਖੁਰਾਕ ਵਾਸਤੇ ਪ੍ਰਸ਼ਾਦਾ ਪਾਣੀ ਲਾਜ਼ਮੀ ਹੈ, ਜ਼ਰੂਰੀ ਹੈ,
ਪਰ ਸਤਿਗੁਰ ਨੇ ਕਿਰਪਾ ਕੀਤੀ ਹੈ। ਨਾਨਕ ਸੋ ਪ੍ਰਭ ਸਿਮਰੀ ਹੈ ਤਿਸ ਦੇਹੀ ਕੋ ਪਾਲ। ਜੇ ਸਿਮਰਨ ਕਰਨਾ ਹੈ ਤੇ ਤੈਨੂੰ ਦੁਨਿਆਵੀ ਤੌਰ ਤੇ ਖੁਰਾਕ ਵੀ ਲੈਣੀ ਪਵੇਗੀ। ਬਾਬਾ ਕਬੀਰ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਦਿਨੇ ਭੁੱਖੇ ਭਗਤ ਨਾ ਕੀਜੈ, ਯਹ ਮਾਲਾ ਆਪਣੀ ਲੀਜੈ। ਆ ਫੜ ਆਪਣੀ ਮਾਲਾ, ਮੇਰੇ ਤੋਂ ਭੁੱਖਿਆਂ ਤੋਂ ਭਗਤੀ ਨਹੀਂ ਹੁੰਦੀ। ਇਹ ਤੇ ਗੁਰਮੁਖੋ ਤਨ ਦੀ ਖੁਰਾਕ ਹੈ, ਉਹ ਜ਼ਰੂਰੀ ਹੈ। ਸਰੀਰ ਨੂੰ ਜਿੰਦਾ ਰੱਖਣ ਵਾਸਤੇ ਤਨ ਦੀ ਖੁਰਾਕ ਲਾਜ਼ਮੀ ਹੈ। ਪਰ ਮੇਰੇ ਮਾਲਕ ਨੇ ਰਹਿਮਤ ਕੀਤੀ ਹੈ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤਾ। ਬਹੁਤ ਵੱਡਾ ਉਹਦੇ ਵਿੱਚ ਇਹ ਗੁਣ ਹੋਵੇ ਕਿ ਉਹਨੇ ਆਤਮਾ ਦੀ ਖੁਰਾਕ, ਮਨ ਦੀ ਖੁਰਾਕ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਬਣਾਇਆ ਹੋਵੇ, ਨਾਮ ਰੂਪੀ ਭੋਜਨ ਨੂੰ ਬਣਾਇਆ ਹੋਵੇ। ਵਾਹਿਗੁਰੂ ਦੀ ਕੀਰਤੀ ਨੂੰ ਉਹਨੇ ਆਪਣੇ ਆਤਮਾ ਦੀ, ਮਨ ਦੀ ਖੁਰਾਕ ਬਣਾਇਆ ਹੋਵੇ। ਅਲਪ ਮਾਇਆ ਜਲ ਕਮਲ ਰਹਿਤਾ। ਤੇ ਨਾਲ ਇਹ ਵੀ ਰਹਿਮਤ ਕਰ ਦਿੱਤੀ ਕਿ ਮਾਇਕ ਪਦਾਰਥਾਂ ਵਿੱਚ ਰਹਿ ਕੇ, ਹੁਣ ਗੁਰਮੁਖੋ ਮਾਇਆ ਤੋਂ ਬਿਨਾਂ ਜ਼ਿੰਦਗੀ ਦਾ ਗੁਜ਼ਾਰਾ ਨਹੀਂ ਹੈ। ਪਰ ਇਹ ਨਹੀਂ ਕਿ ਸਭ ਕੁਝ ਮਾਇਆ ਹੀ ਮਾਇਆ ਹੈ, ਹਾਏ ਧਨ ਹਾਏ ਧਨ, ਇਹ ਨਹੀਂ। ਦਾਤਾ ਰਹਿਮਤ ਕਰਦੇ ਨੇ ਅਲਪ ਮਾਇਆ ਜਲ ਕਮਲ ਰਹਿਤਾ। ਜਿਵੇਂ ਕਿ ਕਮਲ ਦਾ ਫੁੱਲ, ਕਮਲ ਪਾਣੀ ਵਿੱਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਾ ਥਾਣੇ। ਮੁਰਗਾਬੀ ਪਾਣੀ ਵਿੱਚ ਰਹਿ ਕੇ ਵੀ ਉਡਾਰੀ ਮਾਰਦੀ ਹੈ। ਇਸੇ ਤਰ੍ਹਾਂ ਗੁਰੂ ਕਾ ਸਿੱਖ ਮਾਇਆ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਹੋਵੇ। ਇਹ ਭਾਵਨਾ ਵਾਲੇ ਸਿੱਖ ਦੀ ਨਿਸ਼ਾਨੀ ਦੱਸੀ ਹੈ। ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ ਸੇ ਪੂਰੇ ਪ੍ਰਧਾਨ। ਅਸਲ ਵਿੱਚ ਉਹ ਸ਼੍ਰੇਸ਼ਟ ਨੇ, ਉਹ ਆਗੂ ਨੇ, ਉਹੀ ਪ੍ਰਧਾਨ ਨੇ ਜਿਨ੍ਹਾਂ ਨੇ ਦਾਤੇ ਨਾਲ ਚਿੱਤ ਲਾਇਆ ਹੈ। ਤੇ ਧੰਨ ਗੁਰੂ ਅਰਜਨ ਦੇਵ ਦਾਤਾ ਜੀ ਨਾ ਮੇਰੇ ਮਾਲਕ ਸ਼ਲੋਕ ਸਹਿਸਕ੍ਰਿਤੀ ਵਿੱਚ ਉਹਨਾਂ ਜਿਨ੍ਹਾਂ ਨੇ ਚਿੱਤ ਲਾਇਆ ਉਹਨਾਂ ਦੇ ਇਹ ਲੱਛਣ ਦੱਸਦੇ ਪਏ ਨੇ, ਉਹਨਾਂ ਵਿੱਚ ਇਹ ਗੁਣ ਦੱਸਦੇ ਪਏ ਨੇ। ਅਸਲ ਵਿੱਚ ਉਹਨਾਂ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਜ਼ਰੂਰੀ ਨੇ। ਹੁਣ ਦਾਤਾ ਜੀ ਕਿਰਪਾ ਕਰਦੇ ਨੇ, ਉਪਦੇਸ਼ੰ ਸਮ ਮਿੱਤਰ ਸ਼ਤਰਹਿ ਭਗਵੰਤ ਭਗਤ ਭਾਵਨੀ। ਕਿਤੇ ਨੇ ਇਸ ਗੱਲ ਨੂੰ ਸਮਝਦਾ ਹੋਵੇ, ਮਿੱਤਰ ਤੇ ਸ਼ਤਰੂ ਨਾਲ ਇੱਕ ਤਰ੍ਹਾਂ ਦਾ ਵਿਹਾਰ, ਭਗਵੰਤ ਭਗਤ ਭਾਵਨੀ, ਤੇ ਪ੍ਰੇਮਾ ਭਾਵ ਦੇ ਨਾਲ, ਸ਼ਰਧਾ ਦੇ ਨਾਲ ਭਗਤੀ ਕਰਦਾ ਹੋਵੇ, ਮਾਲਕ ਦੇ ਨਾਮ ਨੂੰ ਸਿਮਰਦਾ ਹੋਵੇ ਤੇ ਹਿਰਦੇ ਵਿੱਚ ਸ਼ਰਧਾ ਹੋਵੇ, ਭਾਵਨਾ ਹੋਵੇ। ਤੇ ਦਾਤਾਰ ਪਿਤਾ ਰਹਿਮਤ ਕਰਦੇ ਨੇ, ਪਰ ਨਿੰਦਾ ਨੈ ਸ਼ਰੋਤ ਸ਼ਰਵਨੰ ਆਪ ਤਿਆਗ ਸਗਲ ਰੇਣੁਕਾ। ਗੁਰਮੁਖੋ ਨਿੰਦਾ ਕਰਨੀ ਤੇ ਮਾੜੀ ਹੈ ਹੀ ਹੈ। ਦਾਤਾ ਜੀ ਬਿਆਨ ਕਰਦੇ ਨੇ, ਨਿੰਦਾ ਭਲੀ ਕਿਸੇ ਕੀ ਨਾ ਹੀ ਮਨਮੁਖ ਮੁਗਧ ਕਰਨ। ਤੇ ਮੇਰੇ ਮਾਲਕ ਨੇ ਰਹਿਮਤ ਕੀਤੀ, ਅਸਲ ਵਿੱਚ ਜੇ ਨਿੰਦਾ ਕਰਨੀ ਮਾੜੀ ਹੈ ਨਾ ਸਿੱਖਾ, ਸੱਚ ਜਾਣੀ ਨਿੰਦਾ ਸੁਣਨੀ ਵੀ ਮਾੜੀ ਹੈ। ਪਰ ਨਿੰਦਾ ਨੈ ਸ਼ਰੋਤ ਸ਼ਰਵਨੰ, ਫਿਰ ਕਹਿੰਦੇ ਨੇ ਆਪ ਤਿਆਗ ਸਗਲ ਰੇਣੁਕਾ। ਆਪਾ ਭਾਵ ਤਿਆਗ ਕੇ, ਆਪਾ ਭਾਵ ਛੱਡ ਕੇ, ਮੈਂ ਮੇਰੀ ਹਉਮੈ ਹੰਕਾਰ ਦੀ ਭਾਵਨਾ ਨੂੰ ਛੱਡ ਕੇ, ਕਹਿੰਦੇ ਨੇ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜਾ। ਅਤ ਦਰਜੇ ਦੀ ਤੇਰੇ ਵਿੱਚ ਨਿਮਰਤਾ ਹੋਵੇ, ਕੋਈ ਗੱਲ ਕਹਿ ਵੀ ਦੇਵੇ ਤੇ ਤੇਰੇ ਵਿੱਚ ਸੁਣਨ ਦੀ ਸਮਰੱਥਾ ਹੋਵੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਬਾਬਾ ਫਰੀਦ ਜੀ ਬਿਆਨ ਕਰਦੇ, ਕਹਿੰਦੇ ਨੇ ਪਰ ਨਿੰਦਾ ਨੈ ਸ਼ਰੋਤ ਸ਼ਰਵਨੰ ਆਪ ਤਿਆਗ ਸਗਲ ਰੇਣੁਕਾ। ਖਟ ਲਖਿਅਨ ਪੂਰਨੰ ਪੁਰਖੈ ਨਾਨਕ ਨਾਮ ਸਾਧ ਸਵੱਜਨੈ। ਅਸਲ ਵਿੱਚ ਸਾਧ ਦੇ, ਉਸ ਗੁਰਮੁਖ ਦੇ, ਉਸ ਪ੍ਰਧਾਨ ਵਿੱਚ, ਉਸ ਸ਼੍ਰੇਸ਼ਟ ਮਨੁੱਖ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ। ਇਹ 6 ਲੱਛਣ, ਇਹ 6 ਗੁਣ ਹੋਣੇ ਬਹੁਤ ਜ਼ਰੂਰੀ ਨੇ। ਦਾਤਾ ਜੀ ਰਹਿਮਤ ਕਰਦੇ ਨੇ, ਜਿਨ੍ਹਾਂ ਸਤਿਗੁਰ ਸਿਉ ਚਿੱਤ ਲਾਇਆ ਸੇ ਪੂਰੇ ਪ੍ਰਧਾਨ। ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ। ਜਿਨ੍ਹਾਂ ਦੇ ਉੱਤੇ ਦਾਤਾ ਆਪ ਦਇਆ ਦੀ ਦ੍ਰਿਸ਼ਟੀ ਕਰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਗਿਆਨ ਪੈਦਾ ਹੁੰਦਾ ਹੈ। ਤੇ ਗੁਰਮੁਖੋ ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਪੈਦਾ ਹੁੰਦਾ ਹੈ ਨਾ, ਦਾਤਾ ਰਹਿਮਤ ਕਰਦੇ ਨੇ, ਫਿਰ ਉਹ ਕਦੇ ਅੰਧਕਾਰ ਵਿੱਚ, ਅਗਿਆਨਤਾ ਦੇ ਹਨੇਰੇ ਵਿੱਚ, ਵਹਿਮਾਂ ਵਿੱਚ, ਕਰਮਾਂ ਵਿੱਚ, ਕਰਮ ਕਾਂਡਾਂ ਵਿੱਚ, ਭਰਮਾਂ ਵਿੱਚ, ਦੁਬਿਧਾਪਨ ਵਿੱਚ, ਦੁਚਿੱਤੇਪਨ ਵਿੱਚ ਜੀਵਨ ਜਿਹੜਾ ਹੈ ਕਦੀ ਵੀ ਬਤੀਤ ਨਹੀਂ ਕਰਦੇ। ਕਿਉਂਕਿ ਉਹਨਾਂ ਨੂੰ ਜੀਵਨ ਜਿਉਣ ਦਾ ਢੰਗ ਆ ਗਿਆ ਹੈ। ਉਹਨਾਂ ਨੂੰ ਗੁਰੂ ਨੇ ਗਿਆਨ ਬਖਸ਼ਿਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਦਾਤੇ ਨੇ ਗਿਆਨ ਦਾ ਸੁਰਮਾ ਬਖਸ਼ਿਆ ਹੈ, ਗਿਆਨ ਬਖਸ਼ਿਆ ਹੈ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਕਿਉਂਕਿ ਦੀਵਾ ਬਲੈ ਅੰਧੇਰਾ ਜਾਏ, ਸੁਭਾਵਿਕ ਜੀ ਗੱਲ ਹੈ, ਦੀਵਾ ਬਲਦਾ ਹੈ ਤੇ ਗੁਰਮੁਖੋ ਹਨੇਰਾ ਖਤਮ ਹੋ ਜਾਂਦਾ ਹੈ। ਇਸ ਕਰਕੇ ਜਿਨ੍ਹਾਂ ਦੇ ਉੱਤੇ ਦਾਤੇ ਦੀ ਰਹਿਮਤ ਹੋਏ ਨਾ, ਮੇਰੇ ਮਾਲਕ ਨੇ ਕਿਰਪਾ ਕੀਤੀ ਹੈ, ਜਿਨ ਕੋ ਆਪ ਦਿਆਲ ਹੋਏ ਤਿਨ ਉਪਜੈ ਮਨ ਗਿਆਨ। ਉਹਨਾਂ ਦੇ ਹਿਰਦੇ ਵਿੱਚ ਗਿਆਨ ਪੈਦਾ ਹੋ ਗਿਆ। ਤੇ ਸਤਿਗੁਰ ਰਹਿਮਤ ਕਰਦੇ ਨੇ, ਜਿਨ ਕੋ ਮਸਤਕ ਲਿਖਿਆ ਤਿੰਨ ਪਾਇਆ ਹਰ ਨਾਮ। ਜਿਨ੍ਹਾਂ ਦੇ ਮੱਥੇ ਦੇ ਲੇਖ ਮੇਰੇ ਮਾਲਕ ਨੇ ਧੁਰ ਦਰਗਾਹ ਤੋਂ ਚੰਗੇ ਲਿਖ ਦਿੱਤੇ ਨੇ, ਉਹਨਾਂ ਨੇ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਪਾਇਆ ਹੈ।
ਮਾਲਕ ਦੀ ਪ੍ਰੇਮਾ ਭਗਤੀ ਕੀਤੀ ਹੈ, ਗੁਰੂ ਘਰ ਚੱਲ ਕੇ ਆਉਣਾ ਮੁਬਾਰਕ ਹੈ। ਪਰ ਕਈ ਵਾਰ ਇਸੇ ਗੱਲ ਦਾ ਹੰਕਾਰ ਹੋ ਜਾਂਦਾ ਹੈ ਕਿ ਮੇਰੇ ਵਰਗਾ ਧਰਮੀ ਕੋਈ ਨਹੀਂ ਹੈ, ਮੇਰੇ ਵਰਗਾ ਗਿਆਨੀ ਕੋਈ ਨਹੀਂ ਹੈ। ਤੇਰੇ ਮੱਥੇ ਦੇ ਲੇਖ ਗੁਰੂ ਨੇ ਧੁਰ ਤੋਂ ਚੰਗੇ ਲਿਖੇ ਨੇ, ਤੂੰ ਗੁਰੂ ਵਾਲਾ ਬਣਿਆ ਹੈ। ਕਦੀ ਇਸ ਗੱਲ ਦਾ ਹਉਮੈ ਨਾ ਕਰੀ, ਹੰਕਾਰ ਨਾ ਕਰੀ। ਜਿਹੜਾ ਹੰਕਾਰ ਵਿੱਚ ਹੋਵੇ ਨਾ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਸਤਿਗੁਰ ਨੇ ਕਿਰਪਾ ਕੀਤੀ। ਫਿਰ ਅੱਗੇ ਮਨ ਮੇਰੇ ਏਕੋ ਨਾਮ ਧਿਆਏ। ਜਿਹੜੇ ਇੱਕ ਦੇ ਨਾਲ ਜੁੜਦੇ ਨੇ ਨਾ ਗੁਰਮੁਖੋ, ਉਹਨਾਂ ਦੇ ਜੀਵਨ ਦੀ ਘਟਨਾ ਕਹਿ ਕੇ ਫਿਰ ਮੇਰਾ ਉਹਨਾਂ ਚਿਰ ਨੂੰ ਸਮਾਪਤੀ ਦਾ ਟਾਈਮ ਹੋ ਜਾਣਾ ਹੈ। ਦੁਆਬੇ ਦੀ ਧਰਤੀ ਦੇ ਉੱਤੇ ਰਹਿਣ ਵਾਲਾ ਇੱਕ ਸਿੱਖ ਹੈ। ਇਤਿਹਾਸ ਵਿੱਚ ਉਹਦੇ 3 ਨਾਮ ਆਏ ਨੇ। ਕਈ ਵਿਦਵਾਨਾਂ ਨੇ ਉਹਨੂੰ ਭਾਈ ਤਿਲਕੂ ਲਿਖਿਆ ਹੈ, ਕਈਆਂ ਨੇ ਭਾਈ ਤਿਲਕਾ ਲਿਖਿਆ, ਤੇ ਇੱਕ ਵਿਦਵਾਨ ਨੇ ਉਹਨੂੰ ਭਾਈ ਤਰਲੋਕਾ ਵੀ ਲਿਖਿਆ ਹੈ। ਹੁਣ ਇੱਕ ਦੇ ਨਾਲ ਜੁੜਿਆ ਹੋਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਿੱਖ ਹੈ। ਦਾਤੇ ਦਾ ਦਰ ਛੱਡ ਕੇ ਕਿਤੇ ਨਹੀਂ ਜੇ ਜਾਂਦਾ। 10ਵੀਂ ਦੁਆਬੇ ਦੀ ਧਰਤੀ ਤੇ ਲੰਮੇਰਾ ਸਮਾਂ ਰਹਿ ਕੇ ਆਇਆ ਹੈ। ਦੁਆਬੇ ਦੀ ਧਰਤੀ ਦੇ ਉੱਤੇ ਬੜੀਆਂ ਕਬਰਾਂ ਬਣੀਆਂ ਹੋਈਆਂ ਨੇ। ਬੜੇ ਲੋਕ ਨੇ ਜਿਹੜੇ ਜਠੇਰਿਆਂ ਨੂੰ ਪੂਜਦੇ ਨੇ, ਬੜੇ ਲੋਕ ਨੇ ਜਿਹੜੇ ਸੱਪਾਂ ਦੀ ਪੂਜਾ ਕਰੀ ਜਾਂਦੇ ਨੇ, ਬੜੇ ਲੋਕ ਨੇ ਜਿਹੜੇ ਦੇਹਧਾਰੀ ਗੁਰੂ ਡੰਮ ਨੂੰ ਮੰਨੀ ਜਾਂਦੇ ਨੇ, ਥਾਂ ਥਾਂ ਦੇ ਉੱਤੇ ਸੀਸ ਝੁਕਾਈ ਜਾਂਦੇ ਨੇ। ਤੇ ਜੇ ਉਹਨਾਂ ਨੂੰ ਇੱਕ ਦੇ ਨਾਲ ਜੋੜਨ ਦੀ ਗੱਲ ਕਰੀਏ ਤੇ ਉਹ ਕਹਿੰਦੇ ਨੇ ਅਸਲ ਵਿੱਚ ਇਹ ਕੱਟੜ ਸਿੱਖ ਨੇ। ਨਹੀਂ, ਮਾਫ਼ ਕਰਨਾ, ਸਿੱਖ ਕਦੀ ਕੱਟੜ ਨਹੀਂ ਹੋ ਸਕਦਾ। ਕੱਟੜ ਸ਼ਬਦ ਜਿਹੜਾ ਹੈ ਸਿੱਖ ਵਾਸਤੇ ਨਹੀਂ, ਉਸ ਸਮੇਂ ਦੇ ਹੁਕਮਰਾਨ ਬਾਦਸ਼ਾਹ ਔਰੰਗਜ਼ੇਬ ਵਰਗੇ, ਇੱਥੋਂ ਤੱਕ ਜਿਹੜੇ ਤਸ਼ੱਦਦ ਕਰਨ ਵਾਲੇ ਜ਼ੁਲਮੀ ਬਾਦਸ਼ਾਹ ਸਨ, ਉਹਨਾਂ ਵਾਸਤੇ ਕੱਟੜ ਸ਼ਬਦ ਆਪਾਂ ਵਰਤ ਸਕਦੇ ਹਾਂ। ਸਿੱਖ ਵਾਸਤੇ ਕੱਟੜ ਸ਼ਬਦ ਨਹੀਂ, ਕਿਉਂਕਿ ਸਿੱਖ ਜਿਹੜਾ ਹੈ ਪਰਪੱਕ ਹੈ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਸਿੱਖ ਰਹਿਤ ਵਿੱਚ ਪਰਪੱਕ ਹੈ। ਸਿੱਖ ਨੇ ਖੰਡੇ ਬਾਟੇ ਦੀ ਬਾਹੋ ਲਈ ਹੈ। ਤੇ ਗੁਰਮੁਖੋ, ਤੁਹਾਡੇ ਵਿੱਚੋਂ ਜਿਨ੍ਹਾਂ ਨੇ ਲਈ ਹੈ ਨਾ, 5 ਪਿਆਰੇ ਉਹਨਾਂ ਨੂੰ ਉਪਦੇਸ਼ ਦ੍ਰਿੜ ਕਰਾਉਂਦੇ ਨੇ ਕਿ ਭਾਈ ਅੱਜ ਤੋਂ ਬਾਅਦ ਇਹ ਤੇਰਾ ਸਿਰ ਜਿਹੜਾ ਗੁਰੂ ਦਾ ਹੈ। ਅੱਜ ਤੋਂ ਬਾਅਦ ਜੇ ਸਿਰ ਝੁਕੇਗਾ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਝੁਕੇਗਾ, ਇਸ ਤੋਂ ਅੱਗੇ ਝੁਕੇਗਾ ਨਹੀਂ। ਪਰ ਇਨਸਾਨ ਜਿਹੜਾ ਹੈ, ਇਹਦੇ ਮਨ ਦੇ ਵਿੱਚ ਵਹਿਮ ਪੈ ਜਾਂਦਾ ਹੈ ਕਿ ਫਲਾਣੇ ਨੂੰ ਫਲਾਣੇ ਥਾਂ ਤੋਂ ਕੁਝ ਮਿਲਿਆ ਹੈ, ਹੋ ਸਕਦਾ ਮੈਨੂੰ ਵੀ ਕੁਝ ਮਿਲ ਜਾਏ। ਇਸ ਕਰਕੇ ਵਹਿਮਾਂ ਭਰਮਾਂ ਦੇ ਵਿੱਚ ਪਿਆ ਹੋਇਆ ਇਨਸਾਨ ਜਿਹੜਾ ਨਾ, ਹਰ ਬਿਸਰਤ ਸਦਾ ਖੁਆਰੀ, ਜਿਹੜਾ ਨਿਰੰਕਾਰ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ, ਉਹਦੀ ਜ਼ਿੰਦਗੀ ਵਿੱਚ ਖੱਜਲ ਖੁਆਰੀ ਹੈ। ਪਰ ਗੁਰਮੁਖੋ, ਭਾਈ ਤਿਲਕਾ ਜਿਹੜਾ ਹੈ ਨਾ, ਉਹ ਗੁਰੂ ਨਾਲ ਜੁੜਿਆ ਹੋਇਆ ਹੈ, ਭਾਵਨਾ ਵਾਲਾ ਸਿੱਖ ਹੈ। 10 ਨੋਹਾਂ ਦੀ ਕਿਰਤ ਕਮਾਰ ਕਰਦਾ ਹੈ ਤੇ ਗੁਰੂ ਦਾ ਸ਼ੁਕਰਾਨਾ ਕਰਦਾ ਹੈ। ਹੁਣ ਗੜ੍ਹ ਸ਼ੰਕਰ ਦੀ ਧਰਤੀ ਤੇ ਰਹਿੰਦਾ ਹੈ, ਤੇ ਗੜ੍ਹ ਸ਼ੰਕਰ ਦੀ ਧਰਤੀ ਦੇ ਉੱਤੇ ਇੱਕ ਮਹੇਸ਼ ਨਾਂ ਦਾ ਇੱਕ ਜੋਗੀ ਹੈ, ਇੱਕ ਸਾਧ ਹੈ। ਅਸਲ ਵਿੱਚ ਗੁਰਮੁਖੋ, ਧਰਮ ਦਾ ਲਿਬਾਸ ਪਾ ਕੇ ਕੋਈ ਸਾਧ ਨਹੀਂ ਬਣ ਜਾਂਦਾ। ਮੈਂ ਅਕਸਰ ਬੇਨਤੀ ਕਰਿਆ ਕਰਨਾ ਵਾਂ ਕਿ ਇਹ ਸਾਧ ਦੇ ਜਿਹੜੇ ਗੁਣ ਨੇ, ਸੰਤ ਦੇ ਜਿਹੜੇ ਗੁਣ ਨੇ, ਰੱਬੀ ਬਾਣੀ ਵਿੱਚ ਦਾਤਾ ਜੀ ਨੇ ਸੰਤ ਦੀ ਜਦੋਂ ਡੈਫੀਨੇਸ਼ਨ ਦਿੱਤੀ ਹੈ ਨਾ, ਪਰਿਭਾਸ਼ਾ ਦਿੱਤੀ ਹੈ, ਤੇ ਦਾਤਾ ਰਹਿਮਤ ਕਰਦੇ ਨੇ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਨਿਰੰਕਾਰ ਪਰਮਾਤਮਾ ਇੱਕ ਪਲ ਵਾਸਤੇ ਵੀ ਨਹੀਂ ਵਿਸਰਦਾ। ਤੇ ਦਾਤਾ ਨੇ ਰੱਬੀ ਬਾਣੀ ਵਿੱਚ ਕਿਰਪਾ ਇਹ ਵੀ ਕੀਤੀ ਹੈ, ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਸੰਸਾਰ ਵਿੱਚ ਵਿਰਲੇ ਇਹੋ ਜਿਹੇ ਹੈਣ ਵੀ। ਹੁਣ ਗੁਰਮੁਖੋ, ਉਹ ਬਾਹਰੀ ਤੌਰ ਤੇ ਸਾਧੂ ਹੈ, ਬਾਹਰੀ ਤੌਰ ਤੇ ਸੰਤ ਹੈ, ਬਾਹਰੀ ਤੌਰ ਤੇ ਜੋਗੀ ਹੈ। ਲਿਬਾਸ ਉਹਨੇ ਧਰਮੀਆਂ ਵਾਲਾ ਪਾਇਆ ਹੈ, ਪਰ ਉਹਨੇ ਲੋਕਾਂ ਨੂੰ ਕੇਵਲ ਤੇ ਕੇਵਲ ਰੋਟੀਆਂ ਕਾਰਨ, ਪੂਰਾ ਤਾਲ ਰੋਟੀ ਦਾ ਮਸਲਾ ਹੈ। ਸੰਸਾਰਕ ਲੋਕਾਂ ਨੂੰ ਜਿਹੜੇ ਪਾਸੇ ਲਾਓ ਉੱਧਰ ਹੀ ਲੱਗ ਜਾਂਦੇ ਨੇ। ਹੁਣ ਦੁਆਬੇ ਦੀ ਧਰਤੀ ਤੇ ਰਹਿਣ ਵਾਲਾ ਇਹ ਸਾਧੂ ਜਿਹੜਾ ਹੈ ਨਾ, ਇਹ ਕੇਵਲ ਤੇ ਕੇਵਲ ਬਾਹਰੀ ਤੌਰ ਤੇ ਸਾਧੂ ਹੈ, ਅੰਦਰੋਂ ਸਾਧੂ ਨਹੀਂ। ਹੁਣ ਇਹਨੇ ਲੋਕਾਂ ਨੂੰ ਇੱਕ ਵਹਿਮ ਉਹਨਾਂ ਦੇ ਮਨ ਵਿੱਚ ਭਰ ਦਿੱਤਾ ਕਿ ਜਿਹੜਾ ਮੇਰੇ ਦਰ ਤੇ ਆਏਗਾ, ਜਿਹੜਾ ਮੇਰੇ ਕੋਲ ਆਏਗਾ, ਜਿਹੜਾ ਮੇਰੇ ਡੇਰੇ ਤੇ ਆਏਗਾ, ਉਹਨੂੰ ਮੈਂ ਸਵਰਗ ਬਖਸ਼ਾਂਗਾ। ਹੁਣ ਲੋਕ ਜਿਹੜੇ ਨੇ ਸਵਰਗ ਦੇ ਲਾਲਚ ਦੇ ਵਿੱਚ ਆ ਕੇ ਇਹਦੇ ਅੱਗੇ ਸੀਸ ਝੁਕਾਉਂਦੇ ਨੇ। ਇਹ ਆਪਣੇ ਮਨ ਕਰਕੇ ਨਾ, ਕਿਸੇ ਨੂੰ ਕਹਿ ਦਿੱਤਾ ਜਾ ਵੀ ਤੈਨੂੰ 6 ਮਹੀਨੇ ਦਾ ਸਵਰਗ ਦਿੱਤਾ, ਕਿਸੇ ਨੂੰ ਕਹਿ ਦਿੰਦਾ ਮੈਂ ਤੁਹਾਨੂੰ 1 ਸਾਲ ਦਾ ਸਵਰਗ ਦਿੱਤਾ। ਹੁਣ ਇਸ ਕਰਕੇ ਵਹੀਰਾਂ ਘੱਤ ਕੇ ਸਵਰਗ ਦੇ ਲਾਲਚ ਕਰਕੇ ਲੋਕ ਬੜੇ ਇਹਦੇ ਕੋਲ ਆਉਣ ਲੱਗ ਪਏ। ਇਹਦੇ ਕੋਲ ਬਹੁਤ ਭੀੜ ਹੋ ਗਈ। ਹੁਣ ਜਦੋਂ ਇੰਨੀ ਭੀੜ ਹੋ ਗਈ ਤੇ ਕਿਸੇ ਇਹਦੇ ਚੇਲੇ ਨੇ ਆ ਕੇ ਦੱਸਿਆ, ਸਾਰਾ ਗੜ੍ਹ ਸ਼ੰਕਰ ਆ ਗਿਆ ਏ, ਸਾਰਾ ਇਲਾਕਾ ਆ ਗਿਆ ਏ। ਇੱਕ ਗੁਰੂ ਕਾ ਸਿੱਖ ਹੈ ਭਾਈ ਤਿਲਕਾ, ਉਹ ਕਹਿੰਦਾ ਹੈ ਮੈਨੂੰ ਸਵਰਗ ਦੇ ਕੋਈ ਲਾਲਚ ਨਹੀਂ, ਮੈਂ ਤੇਰੇ ਦਰ ਤੇ ਨਹੀਂ ਆਵਾਂਗਾ। ਜੇਕਰ ਉਹ ਸਿੱਖ ਆ ਗਿਆ ਨਾ, ਜਿਹੜੇ ਰਹਿੰਦੇ ਖੁੰਦੇ ਨੇ ਉਹ ਸਾਰੇ ਦੇ ਸਾਰੇ ਆ ਜਾਣਗੇ ਤੇ ਅਸੀਂ ਦਾਅਵੇ ਨਾਲ ਕਵਾਂਗੇ ਕਿ ਗੁਰੂ ਨਾਨਕ ਦਾ ਸਿੱਖ ਜਿਹੜਾ ਸਾਡੇ ਕੋਲ ਆ ਗਿਆ ਹੈ। ਮਾਫ਼ ਕਰਨਾ,
ਅੱਜ ਪੰਜਾਬ ਦੀ ਧਰਤੀ ਦੇ ਉੱਤੇ ਗੁਰਮੁਖੋ ਧਰਮ ਪਰਿਵਰਤਨ ਦਾ ਬੜਾ ਜ਼ੋਰ ਚੱਲਦਾ ਜਾ ਰਿਹਾ ਹੈ। ਇਨਸਾਨ ਜਿਹੜਾ ਹੈ ਕਈ ਵਾਰ ਇਹ ਸੋਚਦਾ ਹੈ ਮੇਰੇ ਘਰ ਦੇ ਵਿੱਚ ਗਰੀਬੀ ਹੈ, ਅਮੀਰੀ ਆ ਜਾਏ, ਮੈਂ ਧਰਮ ਹੀ ਬਦਲ ਕੇ ਵੇਖ ਲਾਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਇਸ ਗੱਲ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉਹ ਲੋਕ ਜਿਹੜੇ ਕੁਰਾਹੇ ਪਏ ਹੋਏ ਸਨ ਗੁਰਮੁਖੋ, ਉਹਨਾਂ ਨੂੰ ਸਿੱਧੇ ਰਾਹ ਦੇ ਉੱਤੇ ਪਾਉਣ ਦਾ ਬੜਾ ਜ਼ੋਰ ਦਿੱਤਾ ਜਾ ਰਿਹਾ। ਸਤਿਗੁਰੂ ਜੀ ਕਿਰਪਾ ਕਰਨ। ਹੁਣ ਅਸਲ ਵਿੱਚ ਸੁੱਖ ਕਿਹਦੇ ਵਿੱਚ ਹੈ? ਵਾਹਿਗੁਰੂ ਦੇ ਨਾਮ ਵਿੱਚ। ਦੁਨਿਆਵੀ ਤੌਰ ਤੇ ਮੰਨ ਲਓ 4 ਪੈਸੇ ਤੁਹਾਨੂੰ ਕਿਸੇ ਨੇ ਦੇ ਦਿੱਤੇ ਤੇ ਗੁਰਮੁਖੋ ਇੱਕ ਦਿਨ ਕੀ ਹੋਏਗਾ? ਉਹ ਵੀ ਖਤਮ ਹੋ ਜਾਣਗੇ। ਉਸ ਗੁਰੂ ਦੇ ਦਰ ਕੋਲੋਂ ਮੰਗਿਆ ਕੋਲੋਂ ਸੰਸਾਰਕ ਤੌਰ ਦੇ ਉੱਤੇ ਮੰਗਾਂਗੇ ਤੇ ਗੁਰਮੁਖੋ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਬਾਰ ਪਰਾਏ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਤਾਂ ਜੀਉ ਸਰੀਰ ਹੁੰਦੇ। ਕਹਿੰਦਾ ਮੈਨੂੰ ਕਿਸੇ ਅੱਗੇ ਤਲੀ ਨਾ ਕਰਨੀ ਪਵੇ। ਜੇ ਕਿਸ ਦਿਨ ਕਿਸੇ ਦੇ ਅੱਗੇ ਤਲੀ ਕਰਨ ਦੀ ਨੌਬਤ ਆ ਗਈ ਤੇ ਮੇਰੇ ਮਾਲਕ ਬੇਸ਼ੱਕ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ। ਹੁਣ ਇਸ ਗੱਲ ਨੂੰ ਅਸੀਂ ਧਿਆਨ ਦਈਏ। ਦਾਤਾ ਜੀ ਕਿਰਪਾ ਕਰਨ। ਉਹ ਜਿਹੜੇ ਭੁੱਲੜ ਨੇ, ਜਿਹੜੇ ਕੁਰਾਹੇ ਪਏ ਹੋਏ ਨੇ, ਸਿੱਧੇ ਰਾਹ ਦੇ ਉੱਤੇ ਆ ਜਾਣ। ਹੁਣ ਜਦੋਂ ਇਸ ਮਹੇਸ਼ ਨਾਥ ਜੋਗੀ ਨੇ ਆਪਣੇ ਚੇਲਿਆਂ ਨੂੰ ਗੁਰੂ ਕੇ ਸਿੱਖ ਭਾਈ ਤਿਲਕੇ ਦੇ ਕੋਲ ਭੇਜਿਆ, ਕਹਿੰਦੇ ਨੇ ਦੂਜਿਆਂ ਨੂੰ 6-6 ਮਹੀਨੇ ਦਾ, ਸਾਲ ਦਾ ਸਵਰਗ ਦੇ ਰਿਹਾ ਹੈ ਸਾਡਾ ਮਹਾਂਪੁਰਸ਼, ਉਹਨਾਂ ਦੇ ਸ਼ਬਦਾਵਲੀ। ਤੇ ਕਹਿੰਦੇ ਨੇ ਤੈਨੂੰ 2 ਸਾਲ ਦਾ ਸਵਰਗ ਦਿੱਤਾ, ਇੱਕ ਵਾਰ ਆ ਕੇ ਦਰਸ਼ਨ ਕਰ ਲੈ, ਤੇਰੇ ਵਾਸਤੇ ਬਹੁਤ ਵੱਡਾ ਆਪਸ਼ਨ ਹੈ। ਗੁਰੂ ਕੇ ਸਿੱਖ ਨੇ ਜਵਾਬ ਦੇ ਦਿੱਤਾ। ਉਹਨਾਂ ਨੇ ਜਾ ਕੇ ਫਿਰ ਮਹੇਸ਼ਨਾਥ ਨੂੰ ਕਿਹਾ ਕਿ ਸਿੱਖ ਤੇ ਜਵਾਬ ਦੇ ਗਿਆ ਹੈ। ਉਹ ਕਹਿੰਦੇ ਹੁਣ ਕੀ ਕਰੀਏ? ਕਹਿੰਦੇ ਨੇ 5 ਸਾਲ ਦਾ ਲਾਲਚ ਦਿਓ, ਜ਼ਰੂਰ ਆਏਗਾ। ਫਿਰ ਜਾ ਕੇ ਦਰਵਾਜ਼ਾ ਖੜਕਾਉਂਦੇ ਨੇ। ਫਿਰ ਜਾ ਕੇ ਕਹਿੰਦੇ ਨੇ ਤੈਨੂੰ 5 ਸਾਲ ਦਾ ਸਵਰਗ ਦਿੱਤਾ। ਉਹ ਕਹਿੰਦੇ ਨੇ ਫਿਰ ਵੀ ਨਹੀਂ ਆਇਆ। ਉਹ ਕਹਿੰਦਾ ਮੈਨੂੰ ਇਹ ਸਵਰਗ ਨਹੀਂ ਚਾਹੀਦੇ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਗੁਰੂ ਨਾਨਕ ਦੇ ਅੱਗੇ ਸੀਸ ਝੁਕਾਵਾਂਗਾ, ਮੈਂ ਕਿਸੇ ਅੱਗੇ ਸੀਸ ਨਹੀਂ ਝੁਕਾਵਾਂਗਾ, ਕਿਉਂਕਿ ਮੇਰਾ ਅਕੀਦਾ ਮਨ ਮੇਰੇ ਇੱਕੋ ਨਾਮ ਧਿਆਏ, ਇੱਕ ਦੇ ਨਾਲ ਜੁੜਿਆ ਹੋਇਆ ਹੈ। ਤੇ ਗੁਰਮੁਖੋ ਜਿਹੜਾ ਇੱਕ ਦੇ ਨਾਲ ਜੁੜਦਾ ਹੈ ਨਾ ਗੁਰਮੁਖੋ, ਉਹ ਦਰ ਦੇ ਉੱਤੇ ਸੀਸ ਨਹੀਂ ਜੇ ਝੁਕਾਉਂਦਾ। ਅਸਲ ਵਿੱਚ ਇੱਕ ਕੁੱਤਾ ਦਰ ਫਿਰੇ, ਦਰ ਦੁਰ ਹੋਏ। ਜੇ ਇੱਕ ਦਰਦਾ ਹੋਏ ਰਹੇ ਤਾਂ ਫਿਰ ਕਿਉਂ ਦੁਰ ਹੋਏ? ਮਾਲਕ ਦਾ ਵਫਾਦਾਰ ਕੁੱਤਾ ਜਿਹੜਾ ਨਾ, ਮਾਲਕ ਦੇ ਦਰ ਘਰ ਨੂੰ ਛੱਡ ਕੇ ਕਿਸੇ ਹੋਰ ਦਰ ਦੇ ਵਿੱਚ ਟੁੱਕੜ ਖਾਣ ਨਹੀਂ ਜੇ ਜਾਂਦਾ। ਹੁਣ ਇਸ ਗੱਲ ਨੂੰ ਸਮਝਣਾ ਪਵੇਗਾ। ਹੁਣ ਜਦੋਂ ਗੁਰੂ ਕੇ ਸਿੱਖ ਨੇ ਜਵਾਬ ਦਿੱਤਾ ਤੇ ਭਾਈ ਤਿਲਕਾ ਜਿਹੜਾ ਹੈ ਪਰਪੱਕ ਹੈ, ਉਹਨੂੰ ਪੂਰਨ ਤੌਰ ਤੇ ਗੁਰੂ ਤੇ ਯਕੀਨ ਹੈ, ਭਰੋਸਾ ਹੈ। ਮਹੇਸ਼ਨਾਥ ਜਿਹੜਾ ਹੈ ਉਹ ਕਹਿੰਦਾ ਹੈ ਉਹਨੂੰ 10 ਸਾਲ ਦਾ ਸਵਰਗ ਦਾ ਲਾਲਚ ਦਿਓ, ਉਹਨੂੰ 20 ਸਾਲ ਦਾ, ਕਿਉਂਕਿ ਹੁਣ ਮੇਰੀ ਇੱਜ਼ਤ ਦਾ ਸਵਾਲ ਹੋ ਗਿਆ ਹੈ। ਇਹ ਗੱਲ ਸੰਗਤ ਵਿੱਚ ਵੀ, ਉਹਦੇ ਚੇਲਿਆਂ ਵਿੱਚ ਵੀ, ਉਸ ਵਹੀਰ ਵਿੱਚ ਵੀ, ਉਸ ਭੀੜ ਵਿੱਚ ਵੀ ਜਿਹੜੀ ਲੁਕਾਈ ਉਹਦੇ ਕੋਲ ਆਉਂਦੀ ਹੈ, ਉਹਨਾਂ ਨੂੰ ਵੀ ਸਾਰੇ ਨੂੰ ਪਤਾ ਚੱਲ ਗਿਆ ਹੈ ਕਿ ਮਹੇਸ਼ਨਾਥ ਇੱਕ ਸਿੱਖ ਨੂੰ ਮਨਾ ਰਿਹਾ ਹੈ ਤੇ ਸਿੱਖ ਮੰਨਣ ਨੂੰ ਤਿਆਰ ਨਹੀਂ। ਹੁਣ ਕਹਿੰਦਾ ਗੱਲ ਮੇਰੀ ਇੱਜ਼ਤ ਦਾ ਸਵਾਲ, ਮੇਰੀ ਇੱਜ਼ਤ ਤੇ ਆ ਗਿਆ। ਹੁਣ ਜਦੋਂ ਇਸ ਗੱਲ ਨੂੰ ਕਿਹਾ ਤੇ ਸਿੱਖ ਨੇ ਫਿਰ ਵੀ ਜਵਾਬ ਦੇ ਦਿੱਤਾ। ਇਹਨੇ ਸੋਚਿਆ ਕਿ ਜੇਕਰ ਮੈਂ ਉਹਦੇ ਘਰ ਜਾ ਕੇ ਉਹਨੂੰ ਦਰਸ਼ਨ ਦੇ ਦਿਆਂਗਾ ਤੇ ਲੁਕਾਈ ਹੋਰ ਮੇਰੇ ਨਾਲ ਜੁੜੇਗੀ ਤੇ ਇਹ ਗੱਲ ਕਹੇਗੀ ਕਿ ਸਾਡੇ ਸਾਧ ਵਿੱਚ, ਸਾਡੇ ਮਹਾਂਪੁਰਸ਼ ਵਿੱਚ ਬੜੀ ਨਿਮਰਤਾ ਹੈ। ਇਸ ਕਰਕੇ ਉਹਨੇ ਕੀ ਕੀਤਾ, ਨਾਲ ਆਪਣੇ ਚੇਲਿਆਂ ਨੂੰ ਲਿਆ, ਨਾਲ ਲੁਕਾਈ, ਭੁੱਲੜ ਲੁਕਾਈ ਮੈਂ ਸ਼ਬਦ ਵਰਤਾਂਗਾ। ਜਿਹੜੇ ਰਾਹ ਖੁੰਝ ਜਾਂਦੇ ਨੇ ਨਾ, ਭੁੱਲ ਜਾਂਦੇ ਨੇ, ਉਹ ਸਿੱਧੇ ਰਾਹ ਤੇ ਜਿਹੜੇ ਨਹੀਂ ਪੈਂਦੇ ਉਹ ਭੁੱਲੜ ਹੁੰਦੇ ਨੇ। ਭੁੱਲੜ ਲੁਕਾਈ ਵੀ ਉਹਦੇ ਨਾਲ ਆਈ। ਗੁਰੂ ਕੇ ਸਿੱਖ ਨੇ ਜਦੋਂ ਵੇਖਿਆ ਕਿ ਮਹੇਸ਼ਨਾਥ ਆਪਣੇ ਚੇਲਿਆਂ ਨਾਲ, ਸਾਰਿਆਂ ਨਾਲ ਮਿਲ ਕੇ ਮੇਰੇ ਘਰ ਵੱਲ ਆ ਰਿਹਾ ਹੈ, ਤੇ ਇਸ ਭਾਵਨਾ ਵਾਲੇ ਸਿੱਖ ਨੇ ਆਪਣਾ ਦਰਵਾਜ਼ਾ ਬੰਦ ਕਰ ਲਿਆ। ਮਹੇਸ਼ਨਾਥ ਦੇ ਚੇਲੇ ਕਹਿੰਦੇ ਨੇ ਵੇਖ ਸਾਡਾ ਸਾਧ ਕਿੰਨਾ ਪਰਉਪਕਾਰੀ ਹੈ, ਸਿੱਖਾ ਦਰਵਾਜ਼ਾ ਖੋਲ, ਸਾਡੇ ਸਾਧ ਦੇ, ਸਾਡੇ ਮਹਾਂਪੁਰਸ਼ ਦੇ ਦਰਸ਼ਨ ਕਰ ਲੈ, ਤੈਨੂੰ ਸਾਰੀ ਉਮਰ ਵਾਸਤੇ ਸਵਰਗ ਦਿੱਤਾ। ਸਿੱਖ ਕਹਿੰਦਾ ਮੈਂ ਸਵਰਗ ਤੋਂ ਰਿਹਾ, ਮੈਂ ਦਰਵਾਜ਼ਾ ਨਹੀਂ ਖੋਲਾਂਗਾ। ਫਿਰ ਮਹੇਸ਼ਨਾਥ ਜਿਹੜਾ ਨਾ ਬੜਾ ਸ਼ਰਮਸਾਰ ਹੁੰਦਾ ਹੈ, ਉਹ ਕਹਿੰਦਾ ਇੰਨਾ ਭਾਵਨਾ ਵਾਲਾ, ਇੰਨਾ ਗੁਰੂ ਦੇ ਨਾਲ ਜੁੜਿਆ ਸਿੱਖ ਹੈ, ਇਹਦੇ ਦਰਸ਼ਨ ਤੇ ਕਰਾਂ। ਉਹ ਕਹਿੰਦਾ ਸਿੱਖਾ ਜੇਕਰ ਤੂੰ ਮੇਰੇ ਦਰਸ਼ਨ ਨਹੀਂ ਨਾ ਕਰਨਾ ਚਾਹੁੰਦਾ ਤੇ ਕਹਿੰਦੇ ਨੇ ਘੱਟੋ ਘੱਟ ਦਰਵਾਜ਼ਾ ਖੋਲ ਦੇ, ਮੈਨੂੰ ਆਪਣੇ ਦਰਸ਼ਨ ਹੀ ਕਰਾ ਦੇ, ਮੈਂ ਤੇਰੇ ਵਰਗੇ ਸਿੱਖ ਦੇ ਦਰਸ਼ਨ ਕਰਨਾ ਚਾਹੁੰਦਾ ਵਾਂ। ਤੇ ਗੁਰਮੁਖੋ ਭਾਈ ਤਿਲਕਾ ਕਹਿੰਦਾ ਨਹੀਂ, ਮੈਂ ਤੇਰੇ ਵਰਗੇ ਪਖੰਡੀ ਨੂੰ ਦਰਸ਼ਨ ਵੀ ਨਹੀਂ ਦੇਣੇ। ਹੁਣ ਇੱਥੇ ਬੜਾ ਹੈਰਾਨ ਹੁੰਦਾ ਹੈ। ਫਿਰ ਇੱਕੋ ਗੱਲ ਕਹਿੰਦਾ ਸਿੱਖਾ ਤੈਨੂੰ ਤੇਰੇ ਗੁਰੂ ਦਾ ਵਾਸਤਾ ਹੀ, ਇੱਕ ਵਾਰ ਦਰਵਾਜ਼ਾ ਖੋਲ, ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ ਵਾਂ। ਜਦੋਂ ਗੁਰੂ ਦਾ ਵਾਸਤਾ ਪਾਇਆ ਤੇ ਭਾਈ ਤਿਲਕੇ ਨੇ ਦਰਵਾਜ਼ਾ ਖੋਲ੍ਹਿਆ। ਮਹੇਸ਼ਨਾਥ ਨੇ ਲੁਕਾਈ ਦੀ ਪਰਵਾਹ ਨਹੀਂ ਕੀਤੀ, ਮਹੇਸ਼ਨਾਥ ਨੇ ਆਪਣੇ ਚੇਲਿਆਂ ਦੀ ਪਰਵਾਹ ਨਹੀਂ ਕੀਤੀ। ਤੇ ਗੁਰਮੁਖੋ ਉਸ ਵੇਲੇ ਮਹੇਸ਼ਨਾਥ ਨੇ ਘੁੱਟ ਕੇ ਭਾਈ ਤਿਲਕੇ ਦੇ ਚਰਨਾਂ ਨੂੰ ਘੁੱਟ ਕੇ ਫੜ ਲਿਆ ਹੈ। ਜਿਸ ਵੇਲੇ ਭਾਈ ਤਿਲਕੇ ਦੇ ਚਰਨਾਂ ਨੂੰ ਫੜ ਲਿਆ, ਭਾਈ ਤਿਲਕੇ ਨੂੰ ਕਹਿੰਦਾ ਹੈ
कि भाई तिलका जिस गुरु का सिख इन्ना महान है वो गुरु कितना महान होएगा, मैनू अपने गुरु के दर के उत्ते लै जा। भाई तिलका जिहड़ा है गुरमुखो अमृतसर की पावन धरती के उत्ते इस महेश नाथ जोगी नूं लै के आउंदा है। धन गुरु अर्जन देव महाराज के दर्शनदार करता है तो दातार पिता के दर्शन करन तो बाद दाते का सिख बनता है तो सिੱਖੀ का प्रचारक भी बनता है, क्योंकि मन मेरे एको नाम ध्याए जिहड़े एक दे नाल जुड़ते हैं गुरमुखो वो कईयां नूं भी अपने उस निरंकार परमात्मा के नाम नाल जोड़ते हैं, क्योंकि वो संसार विच भरम भटकना दे विच पैंदे नहीं। दुनिया के लोग उन्हां नूं भावें जिन्ने मर्जी लालच देण, जिन्ना मर्जी धन का लालच देण, जिहड़ा धन गुरु ग्रंथ साहिब महाराज अगे सीस झुकदा है ना गुरमुखो, वो सीस किसी होर अगे ना झुके तो चंगी गल है। दाता जी रहमत करदे मेरे मालक, जन्म मरण का भो गया भाओ भगत गोपाल। ते जिहड़े प्रेमा भगती करते ने जन्म मरण का उन्हां दा डर जिहड़ा दूर हो जाता है। भावना दे नाल भाओ भगत गोपाल। गुरमुखो इत्थे भगत दे तत्ते नूं सियारी है। मैं अक्सर बेनती करिया करना वा, गुरबाणी व्याकरण का नियम जिहड़ा ये गल कहिंदा है कि भगत का तत्ता जिहड़ा है गुरमुखो औंकड़ सहित आए तो एक वचन पुलिंग नाव के मुताबक एक भगत का गल होए। जे भगत का तत्ता जिहड़ा है मुक्ता है, मुक्ता तो भाव है ना तो उत्थे औंकड़ है तो ना ही उत्थे सियारी है। उत्थे बहुवचन के रूप में बहुते भगतां की गल है, इत्थे भगत के तत्ते नूं सियारी है, भाव कि इहदे अर्थ होणगे भगती। भावना वाले प्रेमा भगती उस निरंकार परमात्मा वैगुरु की प्रेमा भगती करते हैं, क्योंकि उन्होंने जन्म मरण का भौ गया, जन्म मरण का उन्होंने डर दूर हो जाता है। भाओ भगत गोपाल, भावना नाल शरधा नाल गुरु दे दर घर की प्रेमा भगती करते हैं। साधु संगत निर्मला आप करे प्रतिपाल। सत संगत विच आके गुरमुखो मन की जिहड़ी मलीनता है ना वो कट्टी जाती है। मन की मैल जिहड़ी है ना गुरमुखो बाहरी तौर पर तन की मैल दुनियावी पानी नाल साफ होएगी। भरीए मत पापां कै संग ओ धोपै नावें कै रंग। क्योंकि मन मैला है, सब किच मैला, तन धोता मन हच्छा ना होए। तन नूं लखां वार भी धो लईए मन कदे साफ नहीं होएगा। इस करके मन की जिहड़ी मलीनता है गुरु के शब्द नाल, गुरु की बाणी नाल, वैगुरु के नाम नाल साफ होएगी। दातार पिता रहमत करते हैं, अम्या दृष्ट शुभ करे हरै अग पाप सगल मल। काम क्रोध अर लोभ मोह वश करे सबै बल। सदा सुख मन वसै दुख संसारै खोवै। दाता जी रहमत करते हैं कि उस निरंकार परमात्मा की जिहड़ा प्रेमा भगती करते हैं उन्हां दे मन की जिहड़ी मलीनता है वो दूर हो जाती है। क्योंकि साधु संगत निर्मला आप करे प्रतिपाल। वो अकाल पुरख परमात्मा वैगुरु आप प्रतिपालना करता है। जन्म मरण की मल कट्टी है गुर दर्शन देख निहाल। जन्मां जन्मांतरां की मैल कट्टी जाती है। जिन्हां ने गुरु के दर्शन किए ने ना गुरमुखो वो निहाल हो जाते हैं। उन्हां दे अंदर की भावना हुंदी है कि दर्शन देख जीवां गुर तेरा, पूरन कर्म होए प्रभ मेरा। उन्हां दे मन की भावना हुंदी है दर्शन प्यासी दिन सरात, चितमो अन दिन नीत, खोल कपट गुर मेलिया नानक हर संग मीत। अंदर की भावना हुंदी है गुरु के दर्शन करने, ते गुरमुखो जिहड़े गुरु के दर्शन करते हैं दाता रहमत करते हैं, उन्होंने निहाल कर देंदे ने। थान थनंतर रव रहिया, थान थरंतर रव रहिया, पार ब्रह्म प्रभ सोए। वो अकाल पुरख परमात्मा वैगुरु जिहड़ा ना जरे जरे विच विद्यमान है। सभे कट राम बोलै, रामा बोलै, राम बिना को बोलै रे। कट कट मैं हर जू बसै। दाता ने रहमत कीती है एक खलकत विच मनुखता विच जरे जरे विच उस अकाल पुरख परमात्मा दा वासा है। ये नहीं कि गुरु घर आके पाप नहीं करना ते बाहर पाप करना, ये नहीं। असल विच गुरमुखवा गुरु घर विच कैमरे लगे हुए ने ना, थां थां दे उत्ते अज कैमरिਆਂ ਦਾ रिवाज है। चोरियां हो रही ने। एक चोर भी सोचता है फलानी दुकान ते कैमरा नहीं मैं उत्थों चोरी कर लवां। जिहड़ी दुकान ते कैमरा है चोर भी गुरेज करता है कि इस थां दे उत्ते मैं चोरी नहीं करनी क्योंकि कैमरे विच आ जावांगा, पकड़िया जावांगा। पर सच जाणियो उस अकाल पुरख परमात्मा वैगुरु दे कैमरे जड़े ने ना
ਹਰ ਥਾਂ ਦੇ ਉੱਤੇ ਲੱਗੇ ਹੋਏ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਪਾਵਨ ਬਚਨ ਹੈ, ਕਹਿੰਦੇ ਨੇ ਹੱਟ ਪਟਨ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਏ। ਸੰਸਾਰ ਵਿੱਚ ਵਿਚਰ ਕੇ ਭਲਿਆ ਤੂੰ ਚੋਰੀਆਂ ਕਰਨਾ ਹੈ, ਮਾੜੇ ਕਰਮ ਕਰਨਾ ਹੈ, ਸੱਚ ਜਾਣੀ ਦੁਨੀਆ ਤੋਂ ਬਚਾ ਲਏਗਾ। ਮਾਨਸੋਂ ਕੇ ਦਬਾਣੋਂ ਕੋਈ ਨਸ ਭੱਜ ਨਿਕਲੈ, ਹਰ ਦਬਾਣੋਂ ਕੋਈ ਕਿੱਥੇ ਜਾਇਆ। ਦੁਨੀਆ ਦੀਆਂ ਕਚਹਿਰੀਆਂ ਤੋਂ ਵੀ ਬਚ ਜਾਏਗਾ, ਪਰ ਜਿੱਥੇ ਮਾਲਕ ਦੀ ਕਚਹਿਰੀ ਲੱਗੀ ਹੈ, ਮਾਲਕ ਦਾ ਦੀਵਾਨ ਲੱਗਾ, ਕਿਵੇਂ ਬਚੇਗਾ। ਇਸ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਦਾ ਕੈਮਰਾ ਜਿਹੜਾ ਹਰ ਸਮੇਂ ਤੇਰੇ ਉੱਤੇ ਲੱਗਾ ਹੋਇਆ ਹੈ। ਥਾਨ ਥਨੰਤਰ ਰਵ ਰਹਿਆ, ਪਾਰ ਬ੍ਰਹਮ ਪ੍ਰਭ ਸੋਏ, ਸਭਨਾ ਦਾਤਾ ਏਕ ਹੈ, ਦੂਜਾ ਨਾਹੀ ਕੋਏ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਅਕਾਲ ਪੁਰਖ ਪਰਮਾਤਮਾ ਸਾਰੀ ਕਾਇਨਾਤ ਦਾ, ਸਾਰੀ ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਆਪ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦਾ ਟੋਟ ਨਾ ਆਵਈ, ਅਗਣਤ ਭਰੇ ਭੰਡਾਰ। ਉਸ ਦਾਤੇ ਦੇ ਭੰਡਾਰੇ ਭਰੇ ਹੋਏ ਨੇ। ਇਸ ਕਰਕੇ ਸਿੱਖ ਦਾ ਫਰਜ਼ ਹੈ ਇੱਕ ਦਾਤੇ ਦੇ ਲੜ ਲੱਗਣਾ। ਤਿਸ ਸ਼ਰਨਾਈ ਛੂਟੀਐ, ਕੀਤਾ ਲੋੜੇ ਸੋ ਹੋਏ। ਤੇ ਜਿਹੜੇ ਉਸ ਮਾਲਕ ਦੀ ਸ਼ਰਨ ਵਿੱਚ ਆ ਜਾਂਦੇ ਨੇ ਨਾ ਗੁਰਮੁਖੋ, ਗੁਰੂ ਨਾਨਕ ਦੇ ਘਰ ਦਾ ਇੱਕ ਸਿਧਾਂਤ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿਹੜੇ ਭਾਵਨਾ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਨਾ, ਫਿਰ ਗੁਰੂ ਉਹਨਾਂ ਨੂੰ ਗਲਵੱਕੜੀ ਵਿੱਚ ਲੈ ਲੈਂਦੇ ਨੇ। ਦਾਤਾ ਰਹਿਮਤ ਕਰਨ, ਅਸੀਂ ਵੀ ਦਾਤੇ ਦੀ ਸ਼ਰਨ ਵਿੱਚ ਆਈਏ, ਕਿਉਂਕਿ ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ। ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਸਦੀਵੀ ਕਾਲ ਵਾਸਤੇ ਸੱਜਣਾ ਸੁੱਖ ਚਾਹੁੰਦਾ ਹੈ ਤੇ ਨਿਰੰਕਾਰ ਪਰਮਾਤਮਾ ਦੀ ਸ਼ਰਨ ਵਿੱਚ ਆ ਜਾ। ਤੁਸੀਂ ਕਹੋਗੇ ਅਸੀਂ ਤੇ 2-2 ਵਾਰ ਆਉਂਦੇ ਹਾਂ, ਅਸੀਂ 3-3 ਵਾਰ ਆਉਂਦੇ ਹਾਂ। ਗੁਰਮੁਖੋ ਤਨ ਕਰਕੇ ਮੁਬਾਰਕ ਹੈ, ਗੁਰੂ ਦੀ ਸ਼ਰਨ ਵਿੱਚ ਆਉਂਦੇ ਹੋ। ਕਿੰਨਾ ਚੰਗਾ ਹੋਵੇ ਮਨ ਕਰਕੇ ਗੁਰੂ ਦੀ ਸ਼ਰਨ ਵਿੱਚ ਆਓ, ਕਿਉਂਕਿ ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਜਿਹੜਾ ਮਨ ਗੁਰੂ ਨੂੰ ਭੇਟਾ ਕਰ ਦਿੰਦਾ ਹੈ ਨਾ ਗੁਰਮੁਖੋ, ਉਹ ਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦਾ ਹੈ। ਤਿਸ ਸ਼ਰਨਾਈ ਛੁੱਟੀਐ, ਕੀਤਾ ਲੋੜੇ ਸੋ ਹੋਏ। ਜਿਨ ਮਨ ਵਸਿਆ ਪਾਰ ਬ੍ਰਹਮ, ਸੇ ਪੂਰੇ ਪ੍ਰਧਾਨ। ਦਾਤਾ ਜੀ ਨੇ ਅੰਤ ਵਿੱਚ ਫਿਰ ਰਹਿਮਤ ਕੀਤੀ ਹੈ, ਜਿਨ੍ਹਾਂ ਦੇ ਮਨ ਵਿੱਚ ਨਿਰੰਕਾਰ ਪਰਮਾਤਮਾ ਦਾ ਵਾਸਾ ਹੈ, ਜਿਹੜੇ ਮਨ ਕਰਕੇ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਜੁੜੇ ਹੋਏ ਨੇ। ਕਿਉਂਕਿ ਗੁਰਮੁਖੋ ਅਸਲ ਵਿੱਚ ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਜਿਹੜੇ ਜ਼ਬਾਨ ਕਰਕੇ ਹੋਰ ਨੇ ਤੇ ਮਨ ਕਰਕੇ ਕਪਟੀ ਨੇ, ਉਹਨਾਂ ਨੂੰ ਕੱਚੇ ਕਿਹਾ ਗਿਆ ਹੈ। ਰੱਤੇ ਇਸ਼ਕ ਖਦਾਏ ਰੰਗ ਦੀਦਾਰ ਕੇ, ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ। ਕਿਉਂਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਅਸਲ ਵਿੱਚ ਦਿਲ ਤੋਂ ਮੁਹੱਬਤ ਹੈ। ਨਿਰੰਕਾਰ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਤੇ ਅੰਦਰੂਨੀ ਤੌਰ ਤੇ ਜੁੜੇ ਹੋਏ ਨੇ, ਬਾਹਰੀ ਤੌਰ ਤੇ ਨਹੀਂ ਜੁੜੇ ਹੋਏ। ਦਾਤਾ ਜੀ ਕਿਰਪਾ ਕਰੇ, ਜਿਵੇਂ ਅਸੀਂ ਬਾਹਰੀ ਤੌਰ ਤੇ ਜੁੜੇ ਆ, ਸਾਨੂੰ ਅੰਦਰੂਨੀ ਤੌਰ ਤੇ ਜੁੜਨ ਦਾ ਬਲ ਉਦਮ ਬਖਸ਼ਣ। ਜਿਨ ਮਨ ਵਸਿਆ ਪਾਰ ਬ੍ਰਹਮ, ਸੇ ਪੂਰੇ ਪ੍ਰਧਾਨ। ਤਿਨ ਕੀ ਸ਼ੋਭਾ ਨਿਰਮਲੀ, ਪ੍ਰਗਟ ਭਈ ਜਹਾਨ। ਉਹਨਾਂ ਦੀ ਸ਼ੋਭਾ, ਉਹਨਾਂ ਦੀ ਵਡਿਆਈ ਨਿਰਮਲ ਹੈ, ਪਾਕ ਹੈ, ਪਵਿੱਤਰ ਹੈ, ਸਾਰੇ ਜਹਾਨ ਵਿੱਚ ਪ੍ਰਗਟ ਹੋ ਜਾਂਦੀ ਹੈ। ਜਿਨੀ ਮੇਰਾ ਪ੍ਰਭ ਧਿਆਇਆ, ਨਾਨਕ ਤਿਨ ਕੁਰਬਾਨ। ਜਿਨੇ ਮੇਰੇ ਮਾਲਕ ਨੂੰ ਧਿਆਇਆ ਹੈ, ਦਸ ਨਾਨਕ ਉਹਨਾਂ ਤੋਂ ਕੁਰਬਾਨ ਜਾਂਦਾ ਹੈ। ਹਉ ਵੰਜਾ ਕੁਰਬਾਨ ਸਾਈਂ ਆਪਣੇ, ਹੋਵੇ ਆਨੰਦ ਘਣਾ ਮਨ ਤਨ ਪ੍ਰਭ ਜਾਪਣੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਖਾਲਸਾ, ਗੁਰੂ ਘਰ ਦੇ ਗ੍ਰੰਥੀ ਸਿੰਘ ਵੀਰ ਜੋਗਿੰਦਰ ਸਿੰਘ ਪਾਰਸ, ਆਪ ਸਮੂਹ ਸੰਗਤ ਦਾ, ਦਿੱਲੀ ਪ੍ਰਬੰਧਕ ਕਮੇਟੀ ਦਾ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਦੇ ਉੱਤੇ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਜਿਨ੍ਹਾਂ ਨੇ ਬੜੇ ਯਤਨਾਂ ਕਰਕੇ ਹਰਿਆਣਾ ਦੀ ਸਿੱਖ ਦੀ ਜਿਹੜੀ ਸਿੱਖਾਂ ਦੀ ਜਿਹੜੀ ਇੱਕ ਮੰਗ ਸੀ ਕਿ ਹਰਿਆਣਾ ਦੀ ਕਮੇਟੀ ਜਿਹੜੀ ਹੈ ਵੱਖਰੀ ਹੋਣੀ ਚਾਹੀਦੀ ਹੈ, ਉਹ 20 ਤਰੀਕ ਨੂੰ ਸੁਪਰੀਮ ਕੋਰਟ ਵੱਲੋਂ ਫੈਸਲਾ ਆਇਆ, ਜਿਸ ਕਰਕੇ ਹਰਿਆਣਾ ਦੇ ਗੁਰੂ ਘਰ ਦਾ ਪ੍ਰਬੰਧ ਜਿਹੜਾ ਹੈ ਹਰਿਆਣਾ ਦੀ ਸਿੱਖ ਸੰਗਤ ਕਰੇਗੀ। ਸੰਗਤਾਂ ਨੂੰ ਇਸ ਗੱਲ ਦੀਆਂ ਵਧਾਈਆਂ ਹੋਣ, ਜਿਨ੍ਹਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ ਗੁਰੂ ਘਰ ਦਾ ਪ੍ਰਬੰਧ ਚਲਾਇਆ ਹੋਇਆ। ਆਉਣ ਵਾਲੇ ਸਮੇਂ ਵਿੱਚ ਵੀ ਆਸ ਰੱਖਦੇ ਹਾਂ ਕਿ ਹਰਿਆਣਾ ਦੇ ਗੁਰੂ ਘਰਾਂ ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਚਲਾਉਣਗੇ ਜਥੇਦਾਰ ਜੀ, ਕਿਉਂਕਿ ਗੁਰੂ ਘਰਾਂ ਵਿੱਚ ਡਿਸਪੈਂਸਰੀਆਂ, ਗੁਰੂ ਘਰਾਂ ਵਿੱਚ ਇਸ ਸਮੇਂ ਲਾਇਬ੍ਰੇਰੀਆਂ, ਗੁਰੂ ਘਰਾਂ ਵਿੱਚ ਇਸ ਸਮੇਂ ਗੁਰਮੁਖੋ ਸਿਲਾਈ ਮਸ਼ੀਨਾਂ,
ਕੰਪਿਊਟਰ ਸੈਂਟਰ ਇਹ ਖੋਲ੍ਹੇ ਜਾ ਰਹੇ ਨੇ। ਹਰਿਆਣਾ ਦੇ ਵਿੱਚ ਥਾਂ ਥਾਂ ਦੇ ਉੱਤੇ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਗੁਰਮੁਖੋ ਉਹ ਲੋਕ ਜਿਹੜੇ ਸਿੱਖੀ ਤੋਂ ਕੁਰਾਹੇ ਪਏ ਹੋਏ ਨੇ ਉਹਨਾਂ ਨੂੰ ਵੀ ਸਿੱਧੇ ਰਾਹ ਦੇ ਉੱਤੇ ਲਿਆਇਆ ਜਾ ਰਿਹਾ ਹੈ। ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਅਤੇ ਸਮੁੱਚੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਜਿਨ੍ਹਾਂ ਦੇ ਯਤਨਾਂ ਕਰਕੇ ਦਾਸ ਨੇ ਇੱਥੇ ਹਾਜ਼ਰੀ ਭਰੀ ਹੈ। ਸਭ ਤੋਂ ਵੱਧ ਧੰਨਵਾਦ ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਦਾਸ ਤੋਂ ਬੋਲਦਿਆਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ, ਕਿਉਂਕਿ ਗੁਰਮੁਖੋ ਕੋਈ ਦਾਵਾ ਨਹੀਂ ਜੇ ਕਰ ਸਕਦਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਨਹੀਂ ਭੁੱਲਦਾ, ਤੇ ਮੇਰਾ ਗੁਰੂ ਤੇ ਕਰਤਾਰ ਨਹੀਂ ਭੁੱਲਦਾ। ਇਨਸਾਨ ਪੈਰ ਪੈਰ ਤੇ ਗਲਤੀਆਂ ਕਰਦਾ ਹੈ। ਮੇਰੀਆਂ ਗਲਤੀਆਂ ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਪਾਇਓ। ਵਿਚਾਰ ਚੰਗੀ ਲੱਗੀ ਤੇ ਪੱਲੇ ਬੰਨ ਕੇ ਜ਼ਰੂਰ ਲੈ ਕੇ ਜਾਣਾ। ਝੁਕਾਵੋ ਸਾਹਿਬਾਂ ਨੂੰ ਸੀਸ, ਦੇਵੋ ਪਿਆਰ ਦਾ ਸਬੂਤ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।